ਧਾਰ ਕੇ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਅਲਖ ਰੂਪ ਜੀ ਲਖਿਆ ਨਾ ਜਾਈ, ਸਾਧਿਕ ਸਿੱਧ ਸਗਲ ਸਰਣਾਈ। ਗੁਰ ਕੇ ਬਚਨ ਸਤ ਜੀ ਧਾਰੋ, ਮਾਨਸ ਜਨਮ ਦੇਹ ਨਿਸਤਾਰੋ। ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਇ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਿਕ
ਗਰੀਬ ਨਿਵਾਜ, ਪਤਿਤ ਪਾਵਨ ਦੀਨ ਦਇਆਲ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਮਹਾਰਾਜ ਜੀਆਂ ਨੇ ਤਰਸ ਕਰਕੇ ਬਖਸ਼ੀਆਂ ਹਨ। ਆਪ ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ। ਆਪ ਜੀ ਆਪਣੇ ਅਮੁੱਲਕ ਸਵਾਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਸਫਲ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਸਮਾਂ ਹੋਇਆ ਹੈ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਜੂਰ ਦੇ ਸਾਧ ਸੰਗਤ ਜੀ, 400 ਸਾਲਾ ਸ਼ਤਾਬਦੀ ਗੁਰਪੁਰਬ ਦੇ ਸੰਬੰਧ ਵਿੱਚ ਮਹਾਰਾਜ ਜੀਆਂ ਨੇ ਤਰਸ ਕਰਕੇ ਅੰਮ੍ਰਿਤ ਗੁਰਬਾਣੀ ਦੀ ਕਥਾ ਜੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਹੈ। ਹਜੂਰ ਨੇ ਕਿਰਪਾ ਕਰਕੇ ਜਿਸ ਤਰ੍ਹਾਂ ਕਰਵਾਈ ਹੈ ਪਿੱਛੇ, ਅੱਜ ਉਸ ਬਾਣੀ ਦੇ ਭੋਗ ਪੈਣ ਜਾ ਰਹੇ ਹਨ। ਸ਼ਲੋਕ। ਉਹ ਲੋਕ ਜਿੱਥੋਂ ਦਾ ਇਹ ਮਨੁੱਖ ਵਾਸੀ ਹੈ, ਮਹਾਰਾਜ ਜੀ ਕਹਿੰਦੇ ਹਨ, ਜੀਵ ਤੂੰ ਇਸ ਸੰਸਾਰ ਵਿੱਚ ਪਰਦੇਸੀ ਹੈ। ਉਹ ਲੋਕ ਮਹੱਲਾ ਨਾਵਾ, ਜਿੱਥੋਂ ਦੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ ਆਪ ਹਨ। ਉਸ ਲੋਕ ਦੀ ਪ੍ਰਾਪਤੀ ਇਹ ਹਜੂਰ ਦੀ ਅੰਮ੍ਰਿਤ ਗੁਰਬਾਣੀ ਕਰਵਾਉਂਦੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਸੰਸਾਰ ਵਿੱਚ ਖਚਿਤ ਮਨ ਕੰਮਾਂ ਕਾਰਾਂ ਦੇ ਵਿੱਚ ਇਹਨੂੰ ਹੀ ਜੀਵਨ ਦਾ ਆਧਾਰ ਸਮਝਦਾ ਹੈ, ਹਜੂਰ ਦੀ ਬਰਾਗ ਭਰਪੂਰ ਗੁਰਬਾਣੀ ਜਣਾ ਦਿੰਦੀ ਹੈ ਗੁਰਸਿੱਖਾ। ਇਹ ਸਭ ਚੀਜ਼ਾਂ ਅਸਤ ਨੇ, ਨਾਮ ਹੀ ਵਾਹਿਗੁਰੂ ਦਾ ਸਤ ਹੈ। ਕਰਨ ਕਾਰਨ ਪ੍ਰਭ ਏਕ ਹੈ। ਵਾਹਿਗੁਰੂ ਦਾ ਨਾਮ ਹੀ ਸਭ ਕਾਰਜ ਕਰਦਾ ਹੈ। ਪੱਥਰ ਦਿਲਾਂ ਤੇ ਮਹਾਰਾਜ ਜੀਆਂ ਦੀ ਗੁਰਬਾਣੀ ਅਸਰ ਕਰਦੀ ਹੈ। ਗੁਰਸਿੱਖ ਅਰਦਾਸ ਕਰਦੇ ਹਨ, ਹਜੂਰ ਪ੍ਰਭ ਦਾਤੋ ਦਾਤਾਰ, ਪਰਿਓ ਜਾਚੇ ਕਿਕ ਸਰਣਾ। ਸਭ ਦਾਤਾਂ ਦੇ ਦਾਤਾਰ ਪਿਤਾ ਕੌਣ ਹਨ? ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਜੂਰ ਮੈਂ ਗਰੀਬ ਆਪ ਜੀਆਂ ਦੀ ਸ਼ਰਨ ਵਿੱਚ ਆ ਪਿਆ ਹਾਂ। ਹਜੂਰ ਜੇ ਪੁੱਛ ਲੈਣ ਗੁਰਸਿੱਖਾ ਕੀ ਚਾਹੀਦਾ ਹੈ? ਮਹਾਰਾਜ ਜੀ ਮਿਲੈ ਦਾਨ ਸੰਤ ਰੇਨ, ਜਿਹੇ ਲਗ ਭਵਜਲ ਤਰਨਾ। ਆਪ ਜੀਆਂ ਦੇ ਦਰਬਾਰ ਦੇ ਸੰਤਾਂ ਸਾਧ ਸੰਗਤ ਦੀ ਮਹਾਰਾਜ ਜੀ ਧੂੜੀ ਪਰਸਨ ਨੂੰ ਮਿਲ ਜਾਵੇ, ਕਿਉਂਕਿ ਸੰਗਤਾਂ ਦੀ ਚਰਨ ਧੂੜੀ ਵਿੱਚ ਇੰਨਾ ਬਲ ਹੈ, ਭੈਦਾਇਕ ਸੰਸਾਰ ਤੋਂ ਪਾਰ ਲੰਘਾ ਦਿੰਦੀ ਹੈ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਆਪਾਂ ਸਰਬੱਤ ਸੰਗਤਾਂ ਅਰਦਾਸ ਕਰੀਏ ਮਹਾਰਾਜ ਜੀ। ਅਰਦਾਸ ਵਿੱਚ ਬੇਨਤੀਆਂ ਜੋਦੜੀਆਂ ਪਾ ਪਾ ਕੇ ਹਜੂਰ ਕਰਦੇ ਆਂ। ਖੌਰੇ ਆਪ ਜੀਆਂ ਦੇ ਮਨ ਨੂੰ ਭਾਈ ਜਾਈਏ। ਜੇ ਭਾਗੇ ਤੇ ਹਜੂਰ ਪੁੱਛ ਹੀ ਲੈਣ ਗੁਰਸਿੱਖਾ ਕੀ ਚਾਹੀਦਾ ਹੈ। ਦੇਹੋ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੈ। ਮਹਾਰਾਜ ਜੀ ਸਾਡੇ ਮਨ ਵਿੱਚ ਆਪ ਜੀਆਂ ਦੇ ਦਰਸ਼ਨਾਂ ਦਾ ਚਾਅ ਲੱਗ ਜਾਵੇ ਤੇ ਭਗਤੀ ਵਿੱਚ ਸਾਡਾ ਮਨ ਠਹਿਰ ਜਾਵੇ। ਜਿਸ ਤਰ੍ਹਾਂ ਲੰਮਾ ਲੰਮਾ ਸਮਾਂ ਆਪ ਜੀਆਂ ਦੇ ਪ੍ਰੇਮ ਵਾਲੇ ਗੁਰਸਿੱਖ ਹਜੂਰ ਭਗਤੀ ਚੋਂ ਨਿਕਲਣਾ ਹੀ ਨਹੀਂ ਚਾਹੁੰਦੇ, ਇੰਨੀ ਬੰਦਗੀ ਕਰਦੇ ਨੇ ਹਜੂਰ। ਕਰਕੇ ਫਿਰ ਇੰਨੀ ਨਿਮਰਤਾ ਹੈ, ਇੰਨੀ ਸੇਵਾ ਕਰਕੇ ਕਹਿੰਦੇ ਨੇ ਮਣਾ ਥੋੜੀ ਸੇਵਾ ਹੋਈ ਹੈ, ਬਹੁਤੀ ਕਰਨੀ ਚਾਹੀਦੀ ਸੀ। ਥੋੜਾ ਨਾਮ ਜਪਿਆ ਹੈ, ਬਹੁਤਾ ਜਪਣਾ ਚਾਹੀਦਾ ਸੀ। ਹਜੂਰ ਐਸਾ ਸਾਡੇ ਵੀ ਪ੍ਰੇਮ ਲੱਗ ਜਾਵੇ। ਇਹ ਸਾਧ ਸੰਗਤ ਜੀ ਹਜੂਰ ਦੀ ਗੁਰਬਾਣੀ ਜੋ ਬਰਾਗ ਭਰਪੂਰ ਹੈ, ਪੱਥਰ ਦਿਲਾਂ ਤੇ ਅਸਰ ਕਰਦੀ ਹੈ। ਗੁਰਸਿੱਖਾਂ ਨੂੰ ਪ੍ਰੇਮ ਲੱਗ ਜਾਂਦਾ ਹੈ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਐਸੇ ਸਤਿਗੁਰ ਜੀਆਂ ਤੋਂ ਵਾਰਨੇ ਬਲਹਾਰਨੇ ਜਾਣਾ ਚਾਹੀਦਾ ਹੈ, ਜੋ ਆਪ ਮੁਕਤੀ ਦਾਤੇ ਹਨ ਤੇ ਗੁਰਸਿੱਖਾਂ ਨੂੰ ਪਾਰ ਉਤਾਰਾ ਕਰਦੇ ਹਨ। ਕਲਯੁਗ ਜਹਾਜ ਅਰਜਨ ਗੁਰੂ,
ਸਗਲ ਸ੍ਰਿਸ਼ਟ ਲਗ ਬੇਤਰਹੁ। ਕਲ ਯੁਗ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜਹਾਜ਼ ਦੀ ਨਿਆਈ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਨੇ ਜਹਾਜ਼ ਤਾਂ ਬਣਾਇਆ ਹੈ। ਗੁਰਸਿੱਖੋ ਇਹਦੇ ਨਾਲ ਲੱਗ ਕੇ ਤਰ ਜਾਓ ਇਸ ਸੰਸਾਰ ਤੋਂ। ਆਓ ਸਾਧ ਸੰਗਤ ਜੀ, ਸਮਾਂ ਸੂਖਸ਼ਮ ਹੈ, ਆਓ ਮਹਾਰਾਜ ਜੀ ਕਿਰਪਾ ਕਰਨ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੀ ਅੰਮ੍ਰਿਤ ਗੁਰਬਾਣੀ ਬਾਜਾਂ ਵਾਲੇ ਪਿਤਾ ਜੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਦੋਂ ਹਜੂਰ ਨੇ ਆਪ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਸੀ, ਹਜੂਰ ਨੇ ਉਥੇ ਫਿਰ ਦਰਜ ਕੀਤੀ ਸੀ। ਕਰਤਾਰਪੁਰ ਸਾਹਿਬ ਵਾਲੀ ਮਹਾਰਾਜ ਜੀਆਂ ਦੀ ਅੰਮ੍ਰਿਤ ਬੀੜ ਵਿੱਚ ਨਾਵੇਂ ਪਾਤਸ਼ਾਹ ਜੀਆਂ ਦੀ ਬਾਣੀ ਦਰਜ ਨਹੀਂ ਸੀ। ਜਦੋਂ ਧੀਰਮਲ ਨੇ ਕਿਹਾ ਸੀ ਜੇ ਪੂਰੇ ਗੁਰੂ ਹਨ ਤਾਂ ਆਪਣੀ ਬਾਣੀ ਆਪੇ ਉਚਾਰ ਲੈਣ, ਹਜੂਰ ਨੇ ਸਾਧ ਸੰਗਤ ਜੀ 20 ਆਸਣ ਲਾ ਕੇ ਮਹਾਰਾਜ ਜੀਆਂ ਨੇ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਾਧ ਸੰਗਤ ਜੀ ਕਰਮਵਾਰ ਰਾਗਾਂ ਦੇ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਵਿੱਚ ਦਰਜ ਕੀਤੀ ਹੈ। ਆਓ ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਪਿੱਛੇ 49 ਸ਼ਲੋਕ ਆਨੰਦਪੁਰ ਸਾਹਿਬ ਜੀਆਂ ਦੀਆਂ ਸਿੱਖ ਸੰਗਤਾਂ ਨੂੰ ਜਿਸ ਤਰ੍ਹਾਂ ਧੀਰਜ ਦੇਣ ਵਾਸਤੇ ਉਚਾਰੇ ਹਨ, ਕਿਉਂਕਿ ਜਿਸ ਸਮੇਂ ਮਾਤਾ ਗੁਜਰ ਕੌਰ ਜੀਆਂ ਨੇ ਆਪਣੇ ਸੁਪਨਾ ਆਇਆ ਸੀ ਮਾਤਾ ਜੀਆਂ ਨੂੰ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਅਰਪਣ ਕਰ ਰਹੇ ਹਨ ਬਾਜਾਂ ਵਾਲੇ ਪਿਤਾ ਜੀਆਂ ਨੂੰ। ਫਿਰ ਕੀ ਦੇਖਿਆ, ਮਹਾਰਾਜ ਜੀਆਂ ਦਾ ਸੀਸ ਧੜ ਨਾਲੋਂ ਅਲੱਗ ਹੈ। ਮਾਤਾ ਜੀਆਂ ਦਾ ਦਿਲ ਧੀਰਜ ਨਹੀਂ ਪਕੜ ਰਿਹਾ। ਧੰਨ ਮਾਤਾ ਨਾਨਕੀ ਜੀ ਪੁਨ੍ਹਾ ਪੁਤਾ ਹਜੂਰ ਨੂੰ ਯਾਦ ਕਰਦੇ ਨੇ। ਆਨੰਦਪੁਰ ਸਾਹਿਬ ਜੀ ਦੀਆਂ ਸਿੱਖ ਸੰਗਤਾਂ ਬੜੀਆਂ ਬੇਬਲਤਾ ਦੇ ਨਾਲ ਹਜੂਰ ਨੂੰ ਯਾਦ ਕਰਦੀਆਂ ਨੇ। ਬਾਜਾਂ ਵਾਲੇ ਪਿਤਾ ਜੀਆਂ ਨੇ ਸਿੱਖ ਭੇਜਿਆ ਹੈ। ਹਜੂਰ ਨੇ ਸਾਧ ਸੰਗਤ ਜੀ ਉਹ ਦਿੱਲੀ ਦਾ ਕਾਰਾਗ੍ਰਹਿ ਹੈ ਜਿਸ ਪਿੰਜਰੇ ਵਿੱਚ ਹਜੂਰ ਸਾਧ ਸੰਗਤ ਜੀ ਸਜੇ ਹੋਏ ਹਨ। ਉਸ ਪਿੰਜਰੇ ਨੂੰ ਲੋਹੇ ਦੀਆਂ ਕਹਿੰਦੇ ਹਨ, ਸੀਖਾਂ ਲੱਗੀਆਂ ਨੇ ਜਿਨ੍ਹਾਂ ਨੂੰ ਜ਼ਹਿਰ ਦੀ ਪੁੱਠ ਚਾੜੀ ਹੈ। ਹਜੂਰ ਜੇ ਮਾੜਾ ਜਿਹਾ ਵੀ ਹਿੱਲਣ ਸ਼ਹਾਦਤ ਦਾ ਕਾਰਨ ਵਾਪਰ ਸਕਦਾ ਹੈ। ਪਰ ਸਾਧ ਸੰਗਤ ਜੀ ਉਸ ਪਿੰਜਰੇ, ਉਸ ਦਿੱਲੀ ਦੇ ਕਾਰਾਗ੍ਰਹਿ ਵਿਖੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਸਿੱਖਾਂ ਨੂੰ ਪੰਧਨਾਮਾ ਦਿੱਤਾ ਹੈ। ਗੁਰਸਿੱਖੋ, ਇਸ ਬਾਣੀ ਤੇ ਚੱਲਣਾ ਜਿੱਦਾਂ ਪਿਤਾ ਆਪਣੇ ਪੁੱਤਰਾਂ ਨੂੰ ਦੱਸ ਜਾਂਦਾ ਹੈ ਨਾ ਕਿ ਸਾਰੀ ਉਮਰ ਵਿੱਚ ਮੈਂ ਆਹ ਕਮਾਈ ਕੀਤੀ ਹੈ, ਇਸ ਤਰ੍ਹਾਂ ਤੁਸੀਂ ਅੱਗੇ ਚੱਲਣਾ ਹੈ, ਵਧੋ ਫੁੱਲੋਗੇ। ਮਹਾਰਾਜ ਜੀ ਕਹਿੰਦੇ ਹਨ ਜਿਨੈ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ। ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ। ਕੇਵਲ ਇੱਕ ਕਾਲ ਦਾ ਪੁਜਾਰੀ ਹੈ ਖਾਲਸਾ ਤੇ ਸਦਾ ਧਿਆਉਂਦੇ ਰਹਿਣਾ ਵਾਹਿਗੁਰੂ ਨੂੰ। ਸਦਾ ਤੁਹਾਡਾ ਧਨ ਤੇ ਧਾਮ ਘਰ ਵਧੇ ਫੁੱਲੇਗਾ। ਹਜੂਰ ਨੇ ਦੱਸ ਦਿੱਤਾ ਹੈ ਜੋ ਆਪਾਂ ਮਾਇਆ ਸਤਿਗੁਰ ਜੀਆਂ ਤੋਂ ਮੰਗਦੇ ਹਾਂ, ਹਜੂਰ ਦੇਖਦੇ ਹੋਣਗੇ ਕੀ ਕਹਿੰਦੇ ਹੋਣਗੇ। ਮਹਾਰਾਜ ਜੀਆਂ ਨੇ ਕਿਹਾ ਸੀ ਮਾਇਆ ਤਾਂ ਗੁਰਸਿੱਖੋ ਤੁਹਾਡੀ ਦਾਸੀ ਬਣਾਈ ਹੈ, ਇਹ ਤੁਹਾਡੀ ਸੇਵਾ ਵਿੱਚ ਰਵੇਗੀ। ਪਰ ਸਾਧ ਸੰਗਤ ਜੀ ਹਜੂਰ ਦੀ ਬਾਣੀ ਤੋਂ ਬਿਨਾਂ ਇਹ ਸਮਝ ਨਹੀਂ ਆਉਂਦਾ। ਹਜੂਰ ਕਿਰਪਾ ਕਰਨ। ਅੱਗੇ ਜਿਸ ਤਰ੍ਹਾਂ ਸਾਧ ਸੰਗਤ ਜੀ ਇਹ 50ਵਾਂ ਸ਼ਲੋਕ ਧੰਨ ਮਾਤਾ ਨਾਨਕੀ ਜੀ ਤੇ 51ਵਾਂ ਇਹ 2 ਸ਼ਲੋਕ ਮਾਤਾ ਨਾਨਕੀ ਜੀਆਂ ਨੂੰ ਧੀਰਜ ਦੇਣ ਵਾਸਤੇ ਬਾਜਾਂ ਵਾਲੇ ਪਿਤਾ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਸੰਗਤ ਵਿੱਚ ਗੁਰਸਿੱਖ ਤੋਂ ਪੜਾਉਂਦੇ ਹਨ, ਕਿਉਂਕਿ ਫਿਰ ਇਹ ਚਿੱਠੀ ਮਹਾਰਾਜ ਜੀਆਂ ਨੇ ਇਹ ਜੋ ਸ਼ਲੋਕ ਮਹੱਲਾ ਨਾਵਾ ਹੈ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੇ ਪਹੁੰਚਦੀ ਹੈ। ਮਹਾਰਾਜ ਜੀ ਸਿੱਖ ਸੰਗਤਾਂ ਵਿੱਚ ਇਹ ਪੜ੍ਹਾ ਰਹੇ ਨੇ। ਜਿਸ ਤਰ੍ਹਾਂ ਹੁਣ ਮਾਤਾ ਜੀਆਂ ਦੇ ਪਰਥਾਏ ਜੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ ਹੈ, ਹਜੂਰ ਦੀ ਮੂਰਤ ਵਸਾਈਏ ਹਿਰਦੇ ਵਿੱਚ ਦੋਨੋਂ ਹੱਥ ਜੋੜ ਕੇ ਇਸ ਦੇਹੀ ਦੇ ਕਲਿਆਣ ਵਾਸਤੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਗਇਓ ਰਾਵਣ ਗਇਓ। ਮਹਾਰਾਜ ਜੀ ਫਰਮਾਉਂਦੇ ਹਨ, ਸਾਡੇ ਮਾਤਾ ਨਾਨਕੀ ਜੀ ਜੋ ਰਾਮਚੰਦਰ ਜੀ ਹੋਏ ਹਨ, ਤ੍ਰੇਤੇ ਯੁੱਗ ਵਿੱਚ ਜਿਨ੍ਹਾਂ ਦਾ ਅਵਤਾਰ ਹੋਇਆ ਹੈ, ਜਿਨ੍ਹਾਂ ਬਾਬਤ ਧੰਨ ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਰਾਮਚੰਦ ਨਾਉ ਲੇਤਿਆਂ ਤਿੰਨ ਹੱਤਿਆਂ ਤੇ ਹੋਏ ਨਿਰਾਲਾ। ਧੰਨ ਰਾਮਚੰਦਰ ਜੀ ਕਹਿੰਦੇ ਹਨ, ਜਦੋਂ ਦਸ਼ਰਥ ਤੋਂ ਉਹ ਸਰਵਣ ਪੁੱਤਰ ਜਦੋਂ ਮਾਰਿਆ ਗਿਆ ਸੀ, ਸਰਵਣ ਪੁੱਤਰ ਉਹਦੇ ਮਾਤਾ ਪਿਤਾ ਵੀ ਚੜ੍ਹਾਈ ਕਰ ਗਏ ਸੀ। ਉਹ ਤਿੰਨ ਹੱਤਿਆਂ ਦਾ ਪਾਪ ਇਸ ਰਾਮਚੰਦਰ ਜੀਆਂ ਦੇ ਪਿਤਾ ਰਾਜਾ ਦਸ਼ਰਥ ਨੂੰ ਲੱਗਣਾ ਸੀ। ਉਸ ਸਮੇਂ ਆਕਾਸ਼ਵਾਣੀ ਹੋਈ, ਜਦੋਂ ਰਾਜਾ ਦਸ਼ਰਥ ਆਤਮ ਹੱਤਿਆ ਕਰਨ ਲੱਗਾ, ਤੁਹਾਡੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਵੇਗਾ, ਜਿੰਦੇ ਨਾਮ ਲੈਣ ਨਾਲ ਤੁਹਾਡੇ ਤਿੰਨੇ ਹੱਤਿਆਂ ਦਾ ਪਾਪ ਲੈ ਜਾਵੇਗਾ। ਇਹ ਰਾਮਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਹੋਏ ਹਨ, ਜਿਨ੍ਹਾਂ ਨੇ ਰਾਵਣ ਨੂੰ ਜਿੱਤਿਆ ਸੀ। ਫਿਰ ਤੇ ਸਾਧ ਸੰਗਤ ਜੀ ਕਈ ਹਜ਼ਾਰ 10,000 ਸਾਲ ਵਰਾ ਸਾਧ ਸੰਗਤ ਜੀ ਇਹਨਾਂ ਨੇ ਫਿਰ ਜ਼ਿੰਦਗੀ ਆਯੂ ਭੋਗੀ ਸੀ। ਮਹਾਰਾਜ ਜੀ ਕਹਿੰਦੇ ਹਨ, ਮਾਤਾ ਜੀ ਸੰਸਾਰ ਤੇ ਕਦੇ ਵੀ ਕਿਸੇ ਦਾ ਪੁੱਤਰ ਥਿਰ ਨਹੀਂ ਰਿਹਾ। ਮਹਾਰਾਜ ਜੀ ਕਹਿੰਦੇ ਹਨ, ਉਹ ਰਾਮਚੰਦਰ ਵੀ ਚਲੇ ਗਏ ਨੇ ਤੇ ਰਾਵਣ ਗਇਓ, ਉਹ ਰਾਵਣ ਵੀ ਚਲੇ ਗਿਆ ਹੈ। ਜਿੰਦੀ ਬਾਬਤ ਕਿਹਾ ਜਾਂਦਾ ਹੈ ਕਿ ਬੜਾ ਵੱਡਾ ਪਰਿਵਾਰ ਸੀ ਜਿਸ ਦਾ, ਜਿੰਦੇ ਬਾਬਤ ਜਿਸ ਸਮੇਂ ਮਦੋਦਰੀ ਇਸ ਦੀ ਘਰ ਵਾਲੀ ਕਹਿੰਦੀ ਹੈ, ਰਾਮਚੰਦਰ ਜੀ ਆ ਗਏ ਨੇ, ਸੂਰ ਬੀਰਾ ਸਜੇ ਹੋਰ ਬਾਜੇ ਬਜੇ, ਭਾਗ ਕੰਤਾ ਸੁਨੇ ਰਾਮ ਆਏ। ਜਦੋਂ ਇਸ ਦੀ ਘਰ ਵਾਲੀ ਨੇ ਕਿਹਾ, ਸ੍ਰੀ ਦਸਮ ਗ੍ਰੰਥ ਵਿੱਚ ਮਹਾਰਾਜ ਜੀ ਲਿਖਦੇ ਹਨ ਕਿ ਇਹਦੀ ਘਰ ਦੀ ਕਹਿੰਦੀ ਹੈ, ਰਾਮਚੰਦਰ ਜੀ ਚੜ ਕੇ ਆ ਗਏ ਨੇ, ਤੁਸੀਂ ਹੁਣ ਇੱਥੋਂ ਉਹਨਾਂ ਨੂੰ ਜਾਂ ਝੁਕ ਜਾਵੋ ਜਾਂ ਮਿਲਣਾ ਕਰੋ। ਇਸ ਨੇ ਅੱਗੋਂ ਕਿਹਾ ਸੀ, ਮਦੋਦਰੀ ਤੂੰ ਮੇਰੇ ਪ੍ਰਤਾਪ ਨੂੰ ਨਹੀਂ ਜਾਣਦੀ। ਚੰਦਰ ਕਹਿੰਦਾ ਹੈ, ਇਹ ਜੋ ਰਾਵਣ ਸੀ ਕਹਿੰਦਾ ਹੈ, ਚੌਰ ਚੰਦਰੰ ਕਰੰ ਛਤਰ ਸੂਰੰਗ ਧਰੰਗ। ਕਹਿੰਦਾ ਹੈ, ਦੇਖ ਚੰਦਰਮਾ ਮੇਰੇ ਸਿਰ ਤੇ ਚੌਰ ਕਰਦਾ ਹੈ, ਸੂਰਜ ਮੇਰੇ ਸਿਰ ਤੇ ਛਤਰ ਲੈ ਕੇ ਚੱਲਦਾ ਹੈ। ਵੇਦ ਬ੍ਰਹਮਾ ਰਰੰਗ ਦੁਆਰ ਮੇਰੇ, ਬ੍ਰਹਮਾ ਮੇਰੇ ਦੁਆਰ ਤੇ ਖੜਾ ਵੇਦ ਪੜਦਾ ਹੈ। ਇੰਨਾ ਭਾਰੀ ਪ੍ਰਤਾਪ ਸੀ ਇਸ ਰਾਵਣ ਦਾ। ਕਹਿੰਦੇ ਹਨ, ਜਦੋਂ ਖੜਗ ਤੇ ਹੱਥ ਧਰਦਾ ਸੀ, ਦਸਾਂ ਹੀ ਦਿਸ਼ਾਵਾਂ ਦੇ ਦਿਗਪਾਲ ਕੰਬਦੇ ਸੀ, ਜਿਹੜੇ ਦਸਾਂ ਦਿਸ਼ਾਵਾਂ ਦੇ ਦੇਵਤੇ ਕਹੇ ਜਾਂਦੇ ਨੇ। ਮਾਤਾ ਜੀ ਉਹ ਰਾਵਣ ਵੀ ਸੰਸਾਰ ਵਿੱਚੋਂ ਚਲੇ ਗਿਆ ਹੈ। ਜਾਕੋ ਬਹੁ ਪਰਿਵਾਰ, ਜਿੰਦਾ ਬਹੁਤ ਵੱਡਾ ਪਰਿਵਾਰ ਕਿਹਾ ਜਾਂਦਾ ਹੈ। 1 ਲੱਖ ਪੂਤ 1.25 ਲੱਖ ਨਾਤੀ ਮਹਾਰਾਜੀਆਂ ਦੀ ਗੁਰਬਾਣੀ ਜ਼ਿਕਰ ਕਰਦੀ ਹੈ। ਤੇ ਰਾਵਣ ਘਰ ਦੀਆ ਨਾ ਬਾਤੀ, ਐਡਾ ਵੱਡਾ ਪਰਿਵਾਰ ਸੀ, ਕੋਈ ਮਾਤਾ ਜੀ ਪਿੱਛੇ ਦੀਵੇ ਜਗਾਉਣ ਵਾਲਾ ਵੀ ਨਹੀਂ ਬਚਿਆ ਹੈ। ਕਹੁ ਨਾਨਕ ਥਿਰ ਕਛ ਨਹੀਂ। ਮਾਤਾ ਜੀ ਸੰਸਾਰ ਦੇ ਵਿੱਚ ਕੁਝ ਵੀ ਥਿਰ ਰਹਿਣ ਵਾਲੀ ਚੀਜ਼ ਨਹੀਂ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਵੀ ਦ੍ਰਿਸ਼ਟੀ ਆ ਰਿਹਾ ਹੈ ਸਭ ਮਿਥਿਆ ਹੈ, ਅੱਖਾਂ ਦਾ ਭਰਮ ਹੈ। ਸੁਪਨੇ ਜਿਉ ਸੰਸਾਰ, ਇਹ ਸੰਸਾਰ ਸੁਪਨੇ ਦੀ ਨਿਆਈ ਹੈ। ਇਹ ਜਗ ਕੈਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਮਹਾਰਾਜ ਜੀ ਕਹਿੰਦੇ ਹਨ, ਇਹ ਸੰਸਾਰ ਸੁਪਨੇ ਦੀ ਨਿਆਈ ਹੈ। ਫਿਰ ਜਿਸ ਤਰ੍ਹਾਂ ਰਾਮਚੰਦਰ ਜੀਆਂ ਦੇ ਉਪਾਸਕਾਂ ਦੇ ਅਰਥ ਹਨ, ਰਾਮ ਗਇਓ। ਜਿਸ ਸਮੇਂ ਰਾਮਚੰਦਰ ਜੀ ਲੰਕਾ ਵਿੱਚ ਗਏ, ਉਹਨਾਂ ਜਾਣ ਲਿਆ ਰਾਵਣ ਗਇਓ। ਹੁਣ ਤਾਂ ਰਾਵਣ ਚਲੇ ਗਿਆ ਹੈ। ਫਿਰ ਅਰਥ ਲਾਉਣੇ, ਜਿਸ ਸਮੇਂ ਰਾਮ ਗਇਓ, ਉਸ ਰਾਵਣ ਦੇ ਹਿਰਦੇ ਵਿੱਚੋਂ ਰਾਮ ਦਾ ਭੈ ਚਲੇ ਗਿਆ। ਰਾਵਣ ਗਇਓ, ਹੰਕਾਰ ਇਸ ਤੇ ਪ੍ਰਭਾਵਿਤ ਹੋ ਗਿਆ। ਇਸ ਦਾ ਸਾਧ ਸੰਗਤ ਜੀ ਫਿਰ ਸਰਵਨਾਸ਼ ਹੋ ਗਿਆ। ਇਸੇ ਤਰ੍ਹਾਂ ਮਹਾਰਾਜ ਜੀ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹਨ, ਆਰੰਭ ਤੋਂ ਰਾਮ ਗਇਓ। ਰਾਮ ਗਇਓ ਰਾਵਣ ਗਇਓ। ਹਜੂਰ ਕਹਿੰਦੇ ਹਨ, ਜਿਸ ਸਮੇਂ ਗੁਰਸਿੱਖਾਂ ਦੇ ਹਿਰਦੇ ਵਿੱਚ ਇੱਕ ਤਾਂ ਰਾਮ ਸਾਧ ਸੰਗਤ ਜੀ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਪਾ, ਏਕ ਰਾਮ ਕਾ ਸਗਲ ਪਸਾਰਾ,
ਏਕ RAM ਸਭੂ ਤੇ ਨਿਆਰਾ। ਜਿਹੜਾ RAM ਅਕਾਲ ਪੁਰਖ ਵਾਹਿਗੁਰੂ ਹੈ। ਮਹਾਰਾਜ ਜੀ ਕਹਿੰਦੇ ਹਨ, ਜਦੋਂ ਵਾਹਿਗੁਰੂ ਮੰਤਰ ਗੁਰਸਿੱਖਾਂ ਦੇ ਹਿਰਦੇ ਵਿੱਚ ਗਿਆ ਹੈ, ਰਾਵਣ ਗਇਓ, ਅਗਿਆਨ ਰੂਪੀ ਰਾਵਣ। ਮਾਨੋ ਕਿ ਫਿਰ ਗੁਰਸਿੱਖਾਂ ਨੇ ਜਾਣ ਲਿਆ ਹੈ, ਹੁਣ ਇਹਦਾ ਕਾਲ ਆ ਗਿਆ ਹੈ, ਜਿੰਦਾ ਬਹੁਤ ਵੱਡਾ ਪਰਿਵਾਰ ਕੀ ਹੈ। ਇਹ ਸਾਧ ਸੰਗਤ ਜੀ ਅਗਿਆਨ ਦਾ ਪਰਿਵਾਰ ਕੀ ਹੈ। ਜਿਹੜੇ ਬੰਦੇ ਨੂੰ ਪ੍ਰਤੀਤ ਹੁੰਦਾ ਹੈ ਧੀਆਂ ਪੁੱਤਰਾਂ ਨਾਲ ਮੋਹ ਕਰਦਾ ਹੈ, ਵਿਸ਼ਿਆਂ ਵਿੱਚ ਮਨ ਲੱਗਾ ਰਹਿੰਦਾ ਹੈ, ਫਿਰ ਕਈਆਂ ਨਾਲ ਗੁੱਸਾ ਹੁੰਦਾ ਹੈ, ਕਈਆਂ ਨਾਲ ਪ੍ਰੇਮ ਕਰਦਾ ਹੈ। ਇਹ ਅਗਿਆਨ ਦਾ ਪਰਿਵਾਰ ਹੈ। ਸੱਚ ਪ੍ਰਤੀਤ ਹੁੰਦਾ ਹੈ, ਅੱਖਾਂ ਦੇ ਸਾਹਮਣੇ ਉਹ ਸੰਸਾਰ ਵਿਣਸਦਾ ਜਾਂਦਾ ਦਿਖਦਾ ਹੈ, ਪਰ ਮਨ ਅਗਿਆਨ ਨੇ ਐਸੇ ਪਰਦੇ ਪਾਏ ਨੇ, ਯਕੀਨ ਨਹੀਂ ਹੋਣ ਦਿੰਦਾ। ਹਜੂਰ ਕਹਿੰਦੇ ਹਨ, RAM ਗਇਓ, ਜਿਸ ਸਮੇਂ ਗੁਰਸਿੱਖਾਂ ਦੇ ਹਿਰਦੇ ਵਿੱਚ ਵਿਵੇਕ ਗਿਆ, ਰਾਵਣ ਗਇਓ, ਮੋਹ ਰੂਪੀ ਰਾਵਣ ਚਲੇ ਗਿਆ। ਗੁਰਸਿੱਖਾਂ ਨੂੰ ਗਿਆਨ ਹੋ ਆਇਆ ਮਣਾ, ਕੁਝ ਵੀ ਥਿਰ ਰਹਿਣ ਵਾਲਾ ਨਹੀਂ ਹੈ। ਫਿਰ RAM ਕੀ ਗਿਆ ਹਿਰਦੇ ਵਿੱਚ, ਜਿਸ ਸਮੇਂ ਵਸਤੂ ਵਿਚਾਰ ਗਈ, ਗੁਰਸਿੱਖਾਂ ਦੇ ਹਿਰਦੇ ਵਿੱਚੋਂ ਕਾਮ ਚਲੇ ਗਿਆ। ਫਿਰ ਜਦੋਂ ਗੁਰਸਿੱਖਾਂ ਦੇ ਹਿਰਦੇ ਵਿੱਚ ਸ਼ਾਂਤੀ ਗਈ, RAM ਰੂਪੀ ਸ਼ਾਂਤੀ, ਰਾਵਣ ਰੂਪੀ ਕ੍ਰੋਧ ਚਲੇ ਗਿਆ ਗੁਰਸਿੱਖਾਂ ਦੇ ਹਿਰਦੇ ਵਿੱਚੋਂ। ਫਿਰ ਸਾਧ ਸੰਗਤ ਜੀ, ਗੁਰਸਿੱਖਾਂ ਦੇ ਜਦੋਂ ਹਿਰਦੇ ਵਿੱਚ ਨਿਮਰਤਾ ਗਈ, ਹੰਕਾਰ ਰੂਪੀ ਰਾਵਣ ਉਥੋਂ ਚਲੇ ਗਿਆ, ਜਿਹੜਾ ਸਾਧ ਸੰਗਤ ਜੀ ਸਦਾ ਅਧੋਗਤੀ ਕਰਾਉਂਦਾ ਸੀ। ਜਾਕੋ ਬਹੁ ਪਰਵਾਰ। ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸ਼ਲੋਕ ਸਹਿਸਕ੍ਰਿਤੀ ਵਿੱਚ ਸਾਧ ਸੰਗਤ ਜੀ ਦੱਸਿਆ ਹੈ ਕੱਲੇ ਕੱਲੇ ਵਿਸ਼ੇ ਬਾਰੇ। ਹਜੂਰ ਕਹਿੰਦੇ ਨੇ, ਜਦੋਂ ਕਾਮ ਆਉਂਦਾ ਹੈ ਕੀ ਕਰਦਾ ਹੈ, ਜਪ ਤਪ ਸੀਲ ਬਦਾਰਨ ਹੈ। ਹਜੂਰ ਕਹਿੰਦੇ ਹਨ, ਜਿਨ੍ਹਾਂ ਜਨਮਾਂ ਦਾ ਕੀਤਾ ਹੋਇਆ ਜਪ, ਕੀਤਾ ਹੋਇਆ ਤਪ, ਇਹ ਕਾਮ ਭੋਗਣ ਦੇ ਨਾਲ ਸਭ ਨਾਸ਼ ਹੋ ਜਾਂਦਾ ਹੈ। ਜਿਹੜਾ ਕ੍ਰੋਧ ਹੈ ਅਧੋਗਤੀ ਕਰਾਉਂਦਾ ਹੈ। ਹੰਕਾਰ ਤਾਂ ਵਾਹਿਗੁਰੂ ਨੂੰ ਭਾਉਂਦਾ ਹੀ ਨਹੀਂ ਹੈ। ਹਰ ਜਿਉ ਹੰਕਾਰ ਨਾ ਭਾਵਈ। ਮਹਾਰਾਜ ਜੀ ਕਹਿੰਦੇ ਹਨ, ਮਾਤਾ ਜੀ ਸੰਸਾਰ ਦੇ ਵਿੱਚ ਫਿਰ ਜਿਹੜੇ ਅਰਥ ਲਾਉਣੇ ਕਿ ਰਾਮਚੰਦਰ ਵੀ ਚਲੇ ਗਏ ਨੇ, ਰਾਵਣ ਵੀ ਚਲੇ ਗਏ ਨੇ, ਜਿਨ੍ਹਾਂ ਦਾ ਬੜਾ ਵੱਡਾ ਪਰਿਵਾਰ ਸੀ। ਕਹੋ ਨਾਨਕ ਥਿਰ ਕਛ ਨਹੀਂ। ਮਹਾਰਾਜ ਜੀ ਕਹਿੰਦੇ ਹਨ, ਸੰਸਾਰ ਦੇ ਵਿੱਚ ਮਾਤਾ ਜੀ ਥਿਰ ਕੁਝ ਵੀ ਨਹੀਂ ਹੈ, ਸਦਾ ਰਹਿਣ ਵਾਲਾ ਕੁਝ ਵੀ ਨਹੀਂ ਹੈ। ਸੁਪਨੇ ਜਿਉ ਸੰਸਾਰ। ਇਹ ਸੰਸਾਰ ਸੁਪਨੇ ਦੀ ਨਿਆਈ ਹੈ। ਚਿੰਤਾ ਤਾ ਕੀ ਕੀਜੀਐ। ਮਾਤਾ ਜੀ ਚਿੰਤਾ ਤਾਂ ਕਰਨੀ ਚਾਹੀਦੀ ਹੈ ਜੇ ਤਾਂ ਕਿਸੇ ਦਾ ਕਦੇ ਪਹਿਲਾਂ ਪੁੱਤਰ ਚੜ੍ਹਾਈ ਨਾ ਕੀਤਾ ਹੋਵੇ। ਚਿੰਤਾ ਕਿਸ ਗੱਲ ਦੀ ਕਰਨੀ ਚਾਹੀਦੀ, ਤਾਂ ਕਿਸ ਗੱਲ ਦੀ ਕਰਨੀ ਚਾਹੀਦੀ ਹੈ। ਜੋ ਡਰ ਤਾਂ ਲੱਗਣਾ ਚਾਹੀਦਾ ਹੈ ਜੇ ਕੋਈ ਅਣਹੋਈ ਘਟਨਾ ਭਾਵ ਕਦੇ ਵੀ ਨਾ ਹੋਈ ਹੋਵੇ, ਉਹ ਹੋ ਜਾਵੇ। ਮਾਤਾ ਜੀਆਂ ਨੂੰ ਹਜੂਰ ਧੀਰਜ ਦੇ ਰਹੇ ਨੇ। ਇਸੇ ਕਰਕੇ ਜਦੋਂ ਭੋਗ ਤੇ ਸਾਧ ਸੰਗਤ ਜੀ ਕੋਈ ਜੀਵ ਚੜ੍ਹਾਈ ਕਰਦਾ ਹੈ, ਉਦੋਂ ਇਹ ਗੁਰਬਾਣੀ ਬਰਾਗ ਨੂੰ ਥੰਮ ਲਾ ਦਿੰਦੀ ਹੈ। ਮਹਾਰਾਜ ਜੀ ਕਹਿੰਦੇ ਹਨ, ਅਣਹੋਈ ਗੱਲ ਜੇ ਹੋਵੇ, ਜੇ ਕੋਈ ਸੰਸਾਰ ਤੋਂ ਨਾ ਗਿਆ ਹੋਵੇ ਮਾਤਾ ਜੀ, ਤਾਂ ਚਿੰਤਾ ਕਰਨੀ ਚਾਹੀਦੀ ਹੈ। ਇਹੋ ਮਾਰਗ ਸੰਸਾਰ ਕੋ। ਇਹ ਸੰਸਾਰ ਦਾ ਮਾਰਗ ਹੈ। ਦੋ ਨੀਆਂ ਸੰਸਾਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ, ਜਨਮ ਤੇ ਮਰਨ। ਮਾਤਾ ਜੀ ਕੋਈ ਵੀ ਦੇਹਾਂ ਕਰਕੇ ਸਦਾ ਥਿਰ ਨਹੀਂ ਰਿਹਾ। ਨਾਨਕ ਥਿਰ ਨਹੀਂ ਕੋਏ। ਮਾਤਾ ਜੀ ਥਿਰ ਰਹਿਣ ਵਾਲਾ ਕੁਝ ਵੀ ਨਹੀਂ ਹੈ। ਫਿਰ ਕਿਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਚਿੰਤਾ ਤਾ ਕੀ ਕੀਜੀਐ। ਮਾਤਾ ਜੀ ਚਿੰਤਾ ਤਾਂ ਕਰਨੀ ਚਾਹੀਦੀ ਹੈ ਨਾ,
ਜੇ ਪ੍ਰਭੂ ਦਾ ਨਾਮ ਵਿਸਰ ਜਾਵੇ। ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ, ਮਰਣੰ ਵਿਸਰਣੰ ਗੋਬਿੰਦਾ ਹੈ। ਮਹਾਰਾਜ ਜੀ ਜਦੋਂ ਤੁਹਾਡਾ ਨਾਮ ਵਿਸਰਦਾ ਹੈ ਸਾਨੂੰ, ਸਾਡੀ ਮੌਤ ਉਦੋਂ ਹੁੰਦੀ ਹੈ। ਜੋ ਅਨਹੋਨੀ ਹੋਏ। ਮਹਾਰਾਜ ਜੀ ਕਹਿੰਦੇ ਹਨ ਨਾ, ਇਹ ਅਣਹੋਈ ਗੱਲ ਹੈ। ਜਿਹੜਾ ਨਾਮ ਤੇਰੇ ਪ੍ਰਾਣਾਂ ਦਾ ਆਸਰਾ ਹੈ, ਆਗੂ ਤੁਹਾਨੂੰ ਵਾਦੀ ਹੈ। ਕਿਉਂ ਵਾਦੀ ਹੈ? ਸੂਰਜੋਂ ਦਾ ਸਰੋਤ ਹੈ। ਪਾਣੀ ਸਮੁੰਦਰ ਵੱਲ ਨੂੰ ਨਦੀਆਂ ਚੱਲਦੀਆਂ ਨੇ, ਸਮੁੰਦਰ ਉਸ ਦਾ ਸਰੋਤ ਹੈ। ਜੀਵ ਦਾ ਸਰੋਤ ਕੀ ਹੈ? ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਮਾਤਾ ਜੀ ਚਿੰਤਾ ਤਾਂ ਕਰਨੀ ਚਾਹੀਦੀ ਹੈ ਜੇ ਨਾਮ ਵਿਸਰ ਜਾਂਦਾ ਹੈ। ਮਾਤਾ ਜੀਆਂ ਨੂੰ ਹਜੂਰ ਨਾਮ ਦੇ ਨਾਲ ਜਿਸ ਤਰ੍ਹਾਂ ਜੋੜ ਰਹੇ ਨੇ, ਨਾਮ ਨਹੀਂ ਵਿਸਾਰਨਾ ਚਾਹੀਦਾ। ਇਹੋ ਮਾਰਗ ਸੰਸਾਰ ਕੋ। ਮਾਤਾ ਜੀ ਸੰਸਾਰ ਦੇ ਵਿੱਚ ਦੇਖੋ, ਗਹਿਰੀ ਕਰਕੇ ਨੀਵ ਖਦਾਈ, ਉੱਪਰ ਮੰਡਪ ਛਾਏ। ਬੜੀ ਗਹਿਰੀ ਕਰਕੇ ਨੀਵ ਖਦਾਉਂਦਾ ਹੈ ਬੰਦਾ। ਕਹਿੰਦਾ ਹੈ ਬੜਾ ਉੱਚੀ ਕੋਠੀ ਪਾਉਣੀ ਹੈ। ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ, ਧੌਣ ਭੰਡਾਰ ਧਰਾ ਗੜ ਜੇਤਕ, ਛਾੜਤ ਪ੍ਰਾਣ ਵਿਗਾਨ ਕਹਿ ਹੈ। ਚੇਤ ਰੇ ਚੇਤ ਅਚੇਤ ਮਹਾਪਸ, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਮਾਤਾ ਜੀ ਕੱਲਿਆਂ ਨੂੰ ਜਾਣਾ ਪੈਂਦਾ ਹੈ। ਕੋਈ ਮੋਹ ਦੀਆਂ ਤੰਦਾਂ ਇੱਥੇ ਨਾਮ ਜਪ ਕੇ ਤੋੜ ਦੇਣੀਆਂ ਚਾਹੀਦੀਆਂ ਨੇ। ਸਦਾ ਨਾਮ ਜਪਣਾ ਚਾਹੀਦਾ ਹੈ। ਨਾਨਕ ਥਿਰ ਨਹੀਂ ਕੋਏ। ਇਹ ਨਾਨਕ ਥਿਰ ਨਹੀਂ ਕੋਏ। ਇਹ ਮਹਾਰਾਜ ਜੀਆਂ ਨੇ ਮਾਤਾ ਨਾਨਕੀ ਜੀਆਂ ਦੇ ਪ੍ਰਥਾਏ 2 ਸ਼ਲੋਕ ਮਾਤਾ ਜੀਆਂ ਨੂੰ ਧੀਰਜ ਦੇਣ ਵਾਸਤੇ ਹਜੂਰ ਨੇ ਉਚਾਰਨ ਕੀਤੇ ਹਨ। ਹੁਣ ਜਿਹੜਾ ਅਗਲਾ ਸ਼ਲੋਕ ਹੈ, ਇਹ ਧੰਨ ਮਾਤਾ ਗੁਜਰ ਕੌਰ ਜੀ ਜਗਤ ਮਾਤਾ, ਉਹਨਾਂ ਦੇ ਪ੍ਰਥਾਏ ਸਾਧ ਸੰਗਤ ਜੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਉਚਾਰਨ ਕਰਦੇ ਹਨ, ਜੋ ਉਪਜਿਓ ਸੋ ਬਿਨਸ ਹੈ। ਮਹਾਰਾਜ ਜੀ ਕਹਿੰਦੇ ਹਨ, ਹੇ ਗੁਜਰ ਕੌਰ ਜੀ, ਜੋ ਵੀ ਸੰਸਾਰ ਵਿੱਚ ਉਪਜਦਾ ਹੈ ਉਸਨੇ ਬਿਨਸ ਜਾਣਾ ਹੈ। ਜਨਮੰ ਤਾਂ ਮਰਣੰ, ਜੇ ਕੋਈ ਜਨਮ ਲੈਂਦਾ ਹੈ ਮ੍ਰਿਤਿਉ ਵੀ ਅਵਸ਼ ਬਰ ਅਵਸ਼ ਆਵੇਗੀ। ਪਰੋ ਆਜ ਕੈ ਕਾਲ, ਚਾਹੇ ਅੱਜ ਆ ਜਾਵੇ ਚਾਹੇ ਕੱਲ ਆ ਜਾਵੇ। ਮਹਾਰਾਜ ਜੀ ਕਹਿੰਦੇ ਹਨ, ਕੋਈ ਵੀ ਸੰਸਾਰ ਤੇ ਥਿਰ ਨਹੀਂ ਰਿਹਾ। ਨਾਨਕ ਹਰ ਗੁਣ ਗਾਏ ਲੈ। ਇਸੇ ਕਰਕੇ ਗੁਜਰ ਕੌਰ ਜੀ ਵਾਹਿਗੁਰੂ ਦੇ ਗੁਣ ਗਾ ਲੈਣੇ ਚਾਹੀਦੇ ਨੇ ਜਿੰਨੇ ਸਵਾਸ ਮਿਲੇ ਹਨ। ਛਾੜ ਸਗਲ ਜੰਜਾਲ, ਸਭ ਜੰਜਾਲ ਛੱਡ ਦੇਣੇ ਚਾਹੀਦੇ ਨੇ। ਸਭ ਕੰਮ ਛੱਡ ਕੇ ਕੇਵਲ ਵਾਹਿਗੁਰੂ ਦਾ ਨਾਮ ਧਿਆਉਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਜੋ ਉਪਜਿਓ ਸੋ ਬਿਨਸ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਸੰਸਾਰ ਅਗਮ ਸਾਗਰ, ਸੰਸਾਰ ਅਗਮ ਸਾਗਰ ਹੈ ਜਿਸ ਦੀ ਗਮਤਾ ਨਹੀਂ ਪਾਈ ਜਾ ਸਕਦੀ। ਕਿੰਨਾ ਸਾਧ ਸੰਗਤ ਜੀ ਇਹ ਅਗਮ ਸਾਗਰ ਹੈ, ਪਤਾ ਹੀ ਨਹੀਂ ਲੱਗਦਾ ਜੀਵ ਨੂੰ। ਦਿਨੋਂ ਦਿਨ ਨਾਮ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ, ਕੰਮਾਂ ਕਾਰਾਂ ਵਿੱਚ ਖੁੱਬਾ ਰਹਿੰਦਾ ਹੈ। ਫਿਰ ਮੌਤ ਜੀਵ ਨੂੰ ਚੇਤੇ ਹੀ ਨਹੀਂ ਆਉਂਦੀ। ਫਿਰ ਕਹਿੰਦਾ ਹੈ ਮੈਂ ਸਦਾ ਥਿਰ ਰਹਿਣਾ ਹੈ, ਵਿਸ਼ਿਆਂ ਵੱਲ ਜਾਂਦਾ ਹੈ। ਇਹ ਬੜੀਆਂ ਜਿਸ ਤਰ੍ਹਾਂ ਭਾਰੀ ਗੰਢਾਂ ਇਸ ਦੇ ਮਨ ਵਿੱਚ ਪੈ ਗਈਆਂ ਨੇ। ਭੱਟ ਕਹਿੰਦੇ ਨੇ ਮਹਾਰਾਜ ਜੀ, ਸੰਸਾਰ ਅਗਮ ਸਾਗਰ, ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਪਰ ਹਜੂਰ ਆਪ ਜੀਆਂ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਾਮ ਦਾ ਤੁਲਹਾ, ਨਾਮ ਦਾ ਬੇੜਾ ਗੁਰੂ ਜੀ ਆਪ ਜੀਆਂ ਨੇ ਸਿੱਖਾਂ ਦੇ ਮੁਖ ਵਿੱਚ ਪਾ ਦਿੱਤਾ ਹੈ। ਜਗ ਜਨਮ ਮਰਨ ਭਗਾ, ਇਹ ਸੰਸਾਰ ਦੇ ਵਿੱਚ ਜਿਹੜੀ ਜਨਮ ਤੇ ਮਰਨ ਦੀ ਭਗਾ ਭਾਵ ਭੈ ਡਰ ਸੀ, ਉਹਨਾਂ ਗੁਰਸਿੱਖਾਂ ਦਾ ਭਗਾ ਭੱਜ ਗਿਆ ਹੈ। ਮਹਾਰਾਜ ਜੀ ਜਿਨ੍ਹਾਂ ਨੇ ਆਪ ਜੀਆਂ ਦੇ ਨਾਮ ਤੇ ਸ਼ਰਧਾ ਕੀਤੀ ਹੈ, ਇਹ ਆਈ ਹੀ ਹੈ ਪ੍ਰਤੀਤ। ਗੁਰਸਿੱਖਾਂ ਨੂੰ ਮਹਾਰਾਜ ਜੀ ਪ੍ਰਤੀਤ ਹੋਈ ਆਈ ਹੈ, ਨਾਮ ਤੇ ਇੰਨੀ ਸ਼ਰਧਾ ਕਰਦੇ ਨੇ। ਕਹਿੰਦੇ ਨੇ ਹਜੂਰ ਆਪ ਜੀਆਂ ਦਾ ਨਾਮ ਇਸ ਸੰਸਾਰ ਤੋਂ ਸਾਨੂੰ ਤਾਰ ਦਵੇਗਾ। ਇਸੇ ਕਰਕੇ ਹਜੂਰ ਕਹਿੰਦੇ ਨੇ ਮਾਤਾ ਗੁਜਰ ਕੌਰ ਜੀ, ਸੰਸਾਰ ਦੇ ਵਿੱਚ ਤਾਂ ਚਿੰਤਾ ਕਰੀਏ ਨਾ
ਜੇ ਕੋਈ ਉਪਜਿਆ ਹੋਵੇ ਬਿਨਸਿਆ ਨਾ ਹੋਵੇ। ਜੋ ਉਪਜਿਓ ਸੋ ਬਿਨਸ ਹੈ, ਗੁਰ ਸਿੱਖਾਂ ਨੂੰ ਇਹ ਪ੍ਰਤੀਤ ਹੋ ਆਈ ਹੈ। ਜੋ ਵੀ ਉਪਜੇਗਾ ਉਹ ਬਿਨਸ ਜਾਣਾ ਹੈ। ਪਰ ਆਜ ਕੈ ਕਾਲ, ਅੱਜ ਕੀ ਕੱਲ ਕੀ ਕਹਿੰਦੇ ਹਨ ਗੁਰਸਿੱਖ ਸਦਾ ਮੌਤ ਨੂੰ ਚੇਤੇ ਰੱਖਦੇ ਨੇ, ਸਦਾ ਹੀ ਨਾਮ ਵਿੱਚ ਬਿਰਤੀ ਟਿਕਾਈ ਰੱਖਦੇ ਨੇ। ਨਾਨਕ ਹਰ ਗੁਣ ਗਾਏ ਲੈ। ਇਸੇ ਕਰਕੇ ਹਜੂਰ ਕਹਿੰਦੇ ਹਨ ਗੁਰਸਿੱਖਾ ਵਾਹਿਗੁਰੂ ਦਾ ਭਜਨ ਕਰ ਲੈਣਾ ਚਾਹੀਦਾ ਹੈ। ਜਦੋਂ ਵੀ ਸਮਾਂ ਮਿਲੇ, ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ, ਮਹਾਰਾਜ ਜੀ ਕਹਿੰਦੇ ਹਨ ਜਦੋਂ ਵੀ ਸਮਾਂ ਮਿਲੇ ਵਾਹਿਗੁਰੂ ਦੇ ਨਾਮ ਦੇ ਗੁਣ ਗਾ ਲੈਣੇ ਚਾਹੀਦੇ ਹਨ। ਛਾੜ ਸਗਲ ਜੰਜਾਲ। ਜਿਸ ਸਮੇਂ ਭਗਤ ਨਾਮਦੇਵ ਜੀ ਵਾਹਿਗੁਰੂ ਜੀ ਨਾਲ ਬਾਤਾਂ ਕਰਦੇ ਨੇ, ਮਹਾਰਾਜ ਜੀ ਪੁੱਛਦੇ ਨੇ ਤੂੰ ਕੌਣ ਰੇ, ਤੁਸੀਂ ਕੌਣ ਹੋ? ਕਹਿੰਦੇ ਹਨ ਮੈਂ ਜੀ ਨਾਮਾ। ਕਹਿੰਦੇ ਹਨ ਮਹਾਰਾਜ ਜੀ ਮੈਂ ਨਾਮਾ ਤੁਹਾਡਾ ਭਗਤ ਹਾਂ। ਫਿਰ ਹਜੂਰ ਦੇ ਅੱਗੇ ਜਦੋਂ ਅਰਦਾਸ ਕੀਤੀ, ਕੀ ਅਰਦਾਸ ਕਰਦੇ ਨੇ? ਮਹਾਰਾਜ ਜੀ ਕਿਰਪਾ ਕਰਨੀ, ਆਲਾ ਤੇ ਨਿਵਾਰਣਾ ਜਮ ਕਾਰਣਾ। ਮਹਾਰਾਜ ਜੀ ਇਹਨਾਂ ਜੰਜਾਲਾਂ ਤੋਂ ਸਾਨੂੰ ਨਿਵਾਰ ਦੋ, ਕਿਉਂਕਿ ਮਹਾਰਾਜ ਜੀ ਇਹੀ ਪ੍ਰਤੀਤ ਹੁੰਦਾ ਹੈ ਕਿ ਜੇ ਕੰਮ ਨਾ ਕੀਤੇ ਮੇਰਾ ਗੁਜ਼ਾਰਾ ਨਹੀਂ ਚੱਲਣਾ। ਇਹ ਤਾਂ ਮਹਾਰਾਜ ਜੀ ਭਰਮ ਹੈ। ਆਪ ਜੀ ਇਹਨਾਂ ਜੰਜਾਲਾਂ ਤੋਂ ਸਾਨੂੰ ਨਿਵਾਰ ਕੇ ਰੱਖਣਾ ਤੇ ਸਦਾ ਮਹਾਰਾਜ ਜੀ ਆਪਣੀ ਬੰਦਗੀ ਵਿੱਚ ਸਾਡੀ ਬਿਰਤੀ ਜੋੜੀ ਰੱਖਣਾ। ਕਿਉਂਕਿ ਮਹਾਰਾਜ ਜੀ ਆਪ ਜੀ ਕਹਿੰਦੇ ਹੋਣਾ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਥੋਂ ਤਿਕਰ ਸਾਧ ਸੰਗਤ ਜੀ ਹਜੂਰ ਨੇ ਫਿਰ ਜਦਾ ਗੁਰਸਿੱਖ ਨੂੰ ਪੁੱਛਿਆ ਸੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਡੇ ਸਾਹਿਬਜ਼ਾਦੇ ਬਾਰੇ ਦੱਸੋ, ਉਹ ਕੀ ਕਹਿ ਰਹੇ ਸੀ? ਉਸ ਸਮੇਂ ਗੁਰਸਿੱਖ ਨੇ ਕਿਹਾ ਨਿਰਭੈਤਾ ਦੇ ਸਹਿਤ ਤੇਜ ਪ੍ਰਤਾਪ ਸੀ ਉਹਨਾਂ ਦੇ ਚਿਹਰੇ ਤੇ, ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਭੈ ਨਹੀਂ ਸੀ। ਫਿਰ ਹਜੂਰ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਅਗਲੇ ਸ਼ਲੋਕ ਵਿੱਚ ਗੁਰਤਾ ਗੱਦੀ ਅਰਪਣ ਕਰਦੇ ਨੇ, ਮਹਾਰਾਜ ਜੀ ਦੋਹਰਾ ਉਚਾਰਨ ਕਰਨਗੇ। ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਪਰਖ ਲਈ ਸੀ। 24,000 ਦੇ ਇਕੱਠ ਵਿੱਚੋਂ ਕੱਲੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਫਿਰ ਨਿਤਰ ਕੇ ਨਿਕਲੇ ਸੀ। ਹਜੂਰ ਨੇ ਪੁੱਛਿਆ ਸੀ ਪੁਰਖਾ ਤੁਸੀਂ ਕਿਉਂ ਨਹੀਂ ਲੁਕ ਗਏ? ਹਜੂਰ ਨੇ ਮੁਰਦਾ ਖਾਨ ਤਿੱਕਰ ਦੀ ਪਰਖ ਲੈ ਲਈ ਸੀ। ਮਹਾਰਾਜ ਜੀ ਕਹਿੰਦੇ ਹਨ ਹਜੂਰ ਮੰਝ, ਮਹਾਰਾਜ ਜੀ ਮੰਝ ਨਿਮਾਣੀ ਇੱਕ ਤੂੰ। ਮਹਾਰਾਜ ਜੀ ਸਾਡਾ ਤਾਂ ਆਸਰਾ ਵੀ ਤੁਸੀਂ ਹੋ, ਸਾਡਾ ਤਾਂ ਓਲਾ ਵੀ ਤੁਸੀਂ ਹੋ। ਫਿਰ ਜਿਸ ਸਮੇਂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਪਰਖ ਲਈ ਹਜੂਰ ਨੇ 12 ਸਾਲ ਸੀਸ ਤੇ ਗਾਗਰ ਢੋਈ ਹੈ। ਜਿਸ ਸਮੇਂ ਸਾਧ ਸੰਗਤ ਜੀ ਸੇਵਕ ਵਿੱਚ ਐਡਾ ਧੀਰਜ ਦੇਖਿਆ ਸੀ, ਜਦੋਂ ਹਜੂਰ ਕੁੰਭਲ ਵਿੱਚ ਡਿੱਗੇ ਨੇ ਉਸ ਜਲਾਹੀ ਨੇ ਆਖਿਆ ਸੀ ਇਹ ਉਹੀ ਹੋਣਾ ਹੈ ਹਜੂਰ ਦਾ ਅੱਧਾ ਨਾਮ ਲੈ ਕੇ ਜਿਹਨੂੰ ਕਿਤੇ ਚੈਨ ਨਹੀਂ ਹੈਗਾ। ਕੱਲਾ ਗੁਰੂ ਦੇ ਅੱਗੇ ਨਹੀਂ, ਸਿੱਖਾਂ ਦੇ ਅੱਗੇ ਵੀ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹੱਥ ਜੋੜ ਜੋੜ ਕੇ ਹਜੂਰ ਸੇਵਾ ਕਰਿਆ ਕਰਦੇ ਸੀ। ਜਿਸ ਸਮੇਂ ਸਾਧ ਸੰਗਤ ਜੀ ਹਜੂਰ ਦੇ ਪਾਸ ਆਏ ਨੇ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਪੁੱਛਿਆ ਹੈ ਸਿੱਖਾ ਰਸਤੇ ਵਿੱਚ ਕੀ ਹੋਇਆ ਸੀ? ਮਹਾਰਾਜ ਜੀ ਸਾਨੂੰ ਡਰ ਲੱਗਦਾ ਹੈ, ਆਪ ਜੀ ਅੰਤਰਜਾਮੀ ਹੋ, ਤੁਸੀਂ ਤਾਂ ਜਾਣਦੇ ਹੋ ਖੌਰੇ ਮੇਰੇ ਮੁਖ ਤੋਂ ਕੋਈ ਬਚਨ ਗਲਤੀ ਨਾ ਨਿਕਲ ਜਾਵੇ। ਉਸ ਸਮੇਂ ਸਾਧ ਸੰਗਤ ਜੀ ਉਸ ਜਲਾਹੀ ਨੇ ਕਿਹਾ ਸੀ ਇਹ ਹੋਰ ਕੌਣ ਹੋਣਾ ਹੈ? ਮਹਾਰਾਜ ਜੀਆਂ ਦੇ ਨਾਮ ਦੇ ਨਾਲ ਕਿਹਾ ਸੀ ਉਹ ਨਥਾਵਾ ਹੋਣਾ ਹੈ। ਹਜੂਰ ਨੇ ਕਹਿ ਦਿੱਤਾ ਸੀ ਕਮਲੀਏ ਤੂੰ ਕਮਲੀ ਹੋਈ ਕਹਿਤ ਹੈ ਬੁੱਧ ਹਿਰਦੈ ਨਾ ਤੇਰੇ। ਮਹਾਰਾਜ ਜੀ ਕਹਿੰਦੇ ਹਨ ਤੂੰ ਕਮਲੀ ਹੋਈ ਕਹਿੰਦੀ ਹੈ, ਮੈਂ ਤਾਂ ਨਥਾਵਿਆਂ ਦੇ ਥਾਮ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਸਿੱਖ ਹਾਂ। ਉਸੇ ਸਮੇਂ ਜਲਾਹੀ ਕਮਲੀ ਹੋ ਗਈ ਸੀ। ਹਜੂਰ ਨੇ ਸਾਧ ਸੰਗਤ ਜੀ ਜਿਸ ਸਮੇਂ ਐਡਾ ਧੀਰਜ ਦੇਖਿਆ, ਇੰਨੀ ਸੇਵਾ ਦੇਖੀ,
ਛਾਤੀ ਨਾਲ ਲਾ ਕੇ ਹਜੂਰ ਨੇ ਕਿਹਾ ਸੀ, ਸਲਤਾ ਮਿਲੈ ਜਿਮ ਗੰਗ ਮਮ ਰੂਪ ਕੇ ਤੁਮ ਅੰਗ। ਜਿਵੇਂ ਨਦੀਆਂ ਗੰਗਾ ਵਿੱਚ ਮਿਲ ਕੇ ਗੰਗਾ ਦਾ ਰੂਪ ਹੋ ਜਾਂਦੀਆਂ ਨੇ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੁਸੀਂ ਅੱਜ ਤੋਂ ਸਾਡਾ ਰੂਪ ਹੋ ਗਏ ਹੋ। ਹਜੂਰ ਨੇ ਵਰ ਦੇਣ ਵਾਸਤੇ ਆਪਣਾ ਮੁਖਾਰ ਬਿੰਦ ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਉਚਾਰੇ ਨੇ, ਤੁਮ ਹੋ ਨਿਥਾਵਨ ਥਾਮ ਕਰ ਹੋ ਨਿਮਾਨੈ ਮਾਨ। ਬਿਨ ਓਟ ਕੀ ਤੁਮ ਓਟ ਨਿਰਤ੍ਰੇਣ ਕੀ ਧਿਰ ਕੋਟ। ਜਗ ਜੀਵ ਕਾ ਤੁਮ ਹੱਥ ਕਨ ਭਨ ਬੇ ਸਮਰੱਥ। ਇੰਨੇ ਵਰ ਹਜੂਰ ਨੇ ਦਿੱਤੇ ਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੂੰ। ਜਗ ਜੀਵਕਾ ਹੀ ਹਜੂਰ ਦੇ ਚਰਨਾਂ ਦੀ ਦਾਸੀ ਬਣਾ ਦਿੱਤੀ ਹੈ। ਇਸੇ ਕਰਕੇ ਭੱਟ ਸਾਹਿਬਾਨ ਕਹਿੰਦੇ ਨੇ, ਮਹਾਰਾਜ ਜੀ ਰਿੱਧੀਆਂ ਸਿੱਧੀਆਂ ਤਾਂ ਆਪ ਜੀਆਂ ਦੇ ਦਰਬਾਰ ਵਿੱਚ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਨੇ। ਫਿਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਬਤ ਭੱਟ ਸਾਹਿਬਾਨ ਕਹਿੰਦੇ ਹਨ, ਜਦੋਂ ਪਰਖ ਲਈ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਰੀਆਂ ਵਿਧੀਆਂ ਨਾਲ ਆਪ ਜੀਆਂ ਦਾ ਮਨ ਪ੍ਰਸੰਨ ਹੋ ਗਿਆ, ਜਾਣ ਲਿਆ ਕਿ ਇਹ ਗੁਰਤਾ ਗੱਦੀ ਦੇ ਅਗਲੇ ਮਾਲਕ ਹੋਣਗੇ। ਫਿਰ ਗੁਰਤਾ ਗੱਦੀ ਬਖਸ਼ੀ ਸੀ। ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹੀ ਧੀਰਜ ਦੇਖਣ ਵਾਸਤੇ ਉਹੀ ਪਰਖ ਲੈ ਰਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ, ਜੋ ਮਰਿਆਦਾ ਚੱਲਦੀ ਆ ਰਹੀ ਹੈ ਆਦ ਸਤਿਗੁਰਾਂ ਤੋਂ। ਮਹਾਰਾਜ ਜੀ ਦੋਹਰਾ ਉਚਾਰਨ ਕਰਦੇ ਹਨ, ਦੋਹਰਾ ਬਲ ਛੁਟ ਕਿਉ ਬੰਧਨ ਪਰੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਉਚਾਰਨ ਕਰਦੇ ਹਨ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਥਾਏ ਬਲ ਛੁੱਟ ਕਿਉ। ਸਾਡਾ ਬਲ ਹੁਣ ਛੁੱਟ ਗਿਆ ਹੈ। ਇਹ ਕੈਦ ਦੇ ਵਿੱਚ ਸਾਨੂੰ ਬੰਧਨ ਪੈ ਗਏ ਨੇ। ਕਛੂ ਨਾ ਹੋਤ ਉਪਾਏ। ਤੇ ਹੁਣ ਇੱਥੇ ਕੁਝ ਵੀ ਉਪਾਅ ਨਹੀਂ ਹੋ ਰਿਹਾ। ਇਹ ਮਹਾਰਾਜ ਜੀ ਪਰਖ ਕਰ ਰਹੇ ਹਨ ਬਾਜਾਂ ਵਾਲੇ ਸਤਿਗੁਰ ਜੀਆਂ ਦੀ। ਕਹੋ ਨਾਨਕ ਅਬ ਓਟ ਹਰ। ਹੁਣ ਹਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਡੀ ਓਟ ਹੈ। ਹੁਣ ਮਹਾਰਾਜ ਜੀਆਂ ਦੀ ਹੀ ਕੇਵਲ ਓਟ ਹੈ ਜੇ ਸਾਨੂੰ ਬਚਾ ਲੈਣ। ਗਜ ਜਿਉ ਹੋ ਸਹਾਏ। ਜਿਸ ਤਰ੍ਹਾਂ ਹਾਥੀ ਦੀ ਰੱਖਿਆ ਕੀਤੀ ਸੀ, ਹਰੀ ਹਰ ਖੇਤਰ ਦੀ ਘਟਨਾ ਹੈ ਜੋ ਪਟਨਾ ਸਾਹਿਬ ਜੀਆਂ ਦੇ ਪਾਸ ਨਗਰ ਹੈ। ਇਹ ਸਾਧ ਸੰਗਤ ਜੀ ਹਾਹਾ ਹੂ ਗੰਧਰਵ ਹੋਏ ਨੇ। ਸਮਾਂ ਸਾਧ ਸੰਗਤ ਜੀ ਥੋੜਾ ਹੈ। ਜਿਸ ਤਰ੍ਹਾਂ ਮਹਾਰਾਜ ਜੀਆਂ ਦੇ ਪਾਸ ਇਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਬੇਅੰਤ ਵਾਰ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਆਪਣੀ ਗੁਰਬਾਣੀ ਵਿੱਚ। ਹਜੂਰ ਕਹਿੰਦੇ ਹਨ, ਨਾਹਿਣ ਗੁਣ ਨਾਹਿਣ ਕਛ ਵਿਦਿਆ ਧਰਮ ਕੌਣ ਗੱਜ ਕੀਨਾ। ਨਾਨਕ ਬਿਰਧ ਰਾਮ ਕਾ ਦੇਖੋ ਅਪਹਿ ਦਾਨ ਤੇ ਦੀਨਾ। ਜਿਸ ਸਮੇਂ ਸਾਧ ਸੰਗਤ ਜੀ ਇਹ ਹਾਥੀ ਆਪਣੇ ਪਰਿਵਾਰ ਦੇ ਨਾਲ ਜਲ ਛਕਣ ਵਾਸਤੇ ਆਇਆ ਹੈ। ਅੱਗੇ ਸਾਧ ਸੰਗਤ ਜੀ ਜਦੋਂ ਪਾਣੀ ਪੀ ਰਿਹਾ ਸੀ, ਤੰਦੂਏ ਨੇ ਆਪਣੇ ਤੰਦ ਪਾਲੇ ਨੇ, ਤਾਰਾਂ ਪਾਲੀਆਂ ਨੇ। ਇਸ ਹਾਥੀ ਨੂੰ ਜਲ ਦੇ ਵਿੱਚ ਜਿਸ ਸਮੇਂ ਖਿੱਚਿਆ, ਹਾਥੀ ਨੇ ਸਭ ਦੇ ਅੱਗੇ ਪੁਕਾਰ ਕੀਤੀ। ਸਭ ਦੇਖਿਆ, ਪਰਿਵਾਰ ਵੀ ਛੱਡ ਕੇ ਨਾਲ ਦੇ ਹਾਥੀ ਭੱਜ ਗਏ ਨੇ। ਕੇਵਲ ਸੁੰਡ ਬਾਹਰ ਰਹਿ ਗਈ। ਕਮਲ ਦਾ ਫੁੱਲ ਤਲਾਅ ਦੇ ਵਿੱਚ ਸੀ। ਸੁੰਡ ਤਾਂ ਨੂੰ ਖੜੀ ਕਰਕੇ ਕਾਲ ਪੁਰਖ ਵਾਹਿਗੁਰੂ ਨੇ ਹਾਥੀ ਨੇ ਚੇਤਾ ਕੀਤਾ ਹੈ। ਜਦੋਂ ਸਾਧ ਸੰਗਤ ਜੀ ਵਾਹਿਗੁਰੂ ਦੇ ਸ਼ਰਧਾ ਹੋਈ ਸੀ ਹਾਥੀ ਨੂੰ, ਦੇਖਿਆ ਕੋਈ ਆਸਰਾ ਨਹੀਂ ਹੈ, ਸਭ ਆਸਰੇ ਛੁੱਟ ਗਏ ਨੇ ਸੁੰਡ ਦੇ ਨਾਲ। ਕੇਵਲ ਸਾਧ ਸੰਗਤ ਜੀ ਕਮਲ ਤਾਂ ਨੂੰ ਖੜਾ ਕੀਤਾ ਸੀ। ਹਜੂਰ ਕਹਿੰਦੇ ਹਨ, ਨਾਹਿਣ ਗੁਣ ਨਾਹਿਣ ਕਿਛ ਵਿਦਿਆ। ਹਾਥੀ ਨੇ ਕਿਹੜਾ ਕੋਈ ਗੁਣ ਕਮਾਇਆ ਸੀ, ਕਿਹੜੀ ਕੋਈ ਵਿਦਿਆ ਪੜੀ ਸੀ। ਕੌਣ ਧਰਮ ਗੱਜ ਕੀਨਾ। ਗੱਜ ਹਾਥੀ ਨੂੰ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਹਨ, ਹਾਥੀ ਨੇ ਕਿਹੜਾ ਕੋਈ ਧਰਮ ਕਮਾਇਆ ਸੀ,
ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤਿਹ ਦੀਨਾ। ਪਰ ਮੇਰੇ ਵਾਹਿਗੁਰੂ ਦਾ ਬਿਰਦ ਤਾਂ ਦੇਖੋ, ਸੁਭਾਅ ਤਾਂ ਦੇਖੋ। ਹਾਥੀ ਨੂੰ ਭੈਤਾ ਦਾ ਦਾਨ ਦਿੱਤਾ ਹੈ। ਉਸੇ ਸਮੇਂ ਸਾਧ ਸੰਗਤ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਜ਼ਿਕਰ ਕਰਦੀ ਹੈ, ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ। ਮਹਾਰਾਜ ਜੀ ਕਹਿੰਦੇ ਹਨ, ਕਰ ਹੱਥ ਵਿੱਚੋਂ ਮਹਾਰਾਜ ਜੀਆਂ ਨੇ ਸੁਦਰਸ਼ਨ ਚੱਕਰ ਛੱਡ ਕੇ ਉਹ ਤੰਦੂਏ ਦੀਆਂ ਤਾਰਾਂ ਤੋੜੀਆਂ ਸੀ, ਤੰਦ ਤੋੜੇ ਸੀ ਤੇ ਹਾਥੀ ਨੂੰ ਮੁਕਤੀ ਦਿੱਤੀ ਸੀ। ਇਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ, ਕੇਵਲ ਵਾਹਿਗੁਰੂ ਜੀ ਹੀ ਸਹਾਇਤਾ ਕਰ ਸਕਦੇ ਹਨ। ਇਸੇ ਤਰ੍ਹਾਂ ਹੁਣ ਬਲ ਛੁਟ ਕਿਉ ਬੰਧਨ ਪਰੇ। ਮਹਾਰਾਜ ਜੀ ਕਹਿੰਦੇ ਹਨ, ਹਿੰਦ ਵਾਸੀਆਂ ਦਾ, ਇਹ ਹਿੰਦੂ ਧਰਮ ਦਾ ਬਲ ਛੁੱਟ ਗਿਆ ਹੈ, ਬੰਧਨ ਪੈ ਗਏ ਨੇ। ਇਹ ਹਿੰਦੂ ਧਰਮ ਮਾਨੋ ਕਿ ਹਾਥੀ ਦੀ ਨਿਆਈ ਹੈ। ਕਿਹੜੇ ਬੰਧਨ ਪੈ ਗਏ ਨੇ? ਸ਼ਰਾ ਦੇ ਬੰਧਨ ਪੈ ਗਏ ਨੇ। ਜਿਹੜਾ ਨਰੰਗਾ ਸਭ ਨੂੰ ਮੁਸਲਮਾਨ ਬਣਾਈ ਜਾਂਦਾ ਸੀ, ਨਰੰਗਾ ਤੰਦੂਏ ਦੀ ਨਿਆਈ ਇਸ ਹਿੰਦੂ ਧਰਮ ਨੂੰ ਡੋਬੀ ਜਾ ਰਿਹਾ ਹੈ। ਕਛੂ ਨਾ ਹੋਤ ਉਪਾਏ। ਇਹਨਾਂ ਨਿਮਾਣਿਆਂ ਤੋਂ, ਹਿੰਦ ਵਾਸੀਆਂ ਤੋਂ ਹੁਣ ਕੁਝ ਉਪਾਅ ਨਹੀਂ ਹੋ ਰਿਹਾ। ਕਹੋ ਨਾਨਕ ਅਬੇ ਓਟ ਹਰੇ। ਹੁਣ ਹਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹਨਾਂ ਹਿੰਦ ਵਾਸੀਆਂ ਨੂੰ ਤੁਹਾਡਾ ਹੀ ਆਸਰਾ ਹੈ। ਆਪ ਜੀ ਇਹਨਾਂ ਤੇ ਕਿਰਪਾ ਕਰਨੀ। ਗਜ ਜਿਉ ਹੋ ਸਹਾਏ। ਜਿਸ ਤਰ੍ਹਾਂ ਹਾਥੀ ਦੀ ਰੱਖਿਆ ਕੀਤੀ ਸੀ, ਜਿੱਦਾਂ ਕਰ ਧਰੇ ਚੱਕਰ ਬੈਕੁੰਠ ਤੇ ਆਏ, ਜਿਸ ਤਰ੍ਹਾਂ ਸੁਦਰਸ਼ਨ ਚੱਕਰ ਛੱਡਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀਆਂ ਦੇ ਮਹਾਰਾਜ ਜੀ ਖਪਰੇ ਤੀਰ ਇਹਨਾਂ ਹਿੰਦ ਵਾਸੀਆਂ ਨੂੰ ਆਜ਼ਾਦ ਕਰਾਉਣਗੇ। ਇਹਨਾਂ ਹਿੰਦ ਵਾਸੀਆਂ ਨੂੰ ਮਹਾਰਾਜ ਜੀ ਕਹਿੰਦੇ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਸੀਂ ਆਜ਼ਾਦ ਕਰ ਸਕਦੇ ਹੋ। ਇਸੇ ਤਰ੍ਹਾਂ ਹੁਣ ਜਗਿਆਸਾ ਰੂਪੂ ਤੋਂ ਅਰਥ ਸ਼ਰਵਣ ਕਰਨੇ। ਬਲ ਹੋਆ ਬੰਧਨ ਛੁਟੇ। ਫਿਰ ਦੋਹਰਾ 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 ਬਲ ਛੁਟ ਕਿਉ ਬੰਧਨ ਪਰੇ। ਮਹਾਰਾਜ ਜੀ ਸਭ ਬਲ ਛੁੱਟ ਗਿਆ ਹੈ ਹਜੂਰ, ਪਤਾ ਵੀ ਲੱਗਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਨਾ ਜਾਣ ਬੂਝ ਕੇ ਬਾਬਰੈ ਤੈ ਕਾਜ ਬਗਾਰਿਓ। ਜਾਣ ਵੀ ਲਿਆ ਹੈ, ਸਤ ਸੰਗਤ ਕਰਨੀ ਚਾਹੀਦੀ ਹੈ। ਬੁੱਝ ਵੀ ਲਿਆ ਹੈ, ਨਾਮ ਤੋਂ ਬਿਨਾ ਗਤੀ ਨਹੀਂ ਹੋਣੀ। ਪਰ ਹਜੂਰ ਕਹਿੰਦੇ ਹਨ, ਤੂੰ ਕੰਮ ਵਿਗਾੜ ਲਿਆ ਹੈ। ਮਹਾਰਾਜ ਜੀ ਬਲ ਸਾਡਾ ਛੁੱਟ ਗਿਆ ਹੈ, ਨਾਮ ਦੇ ਵਿੱਚ ਬਿਰਤੀ ਨਹੀਂ ਲੱਗਦੀ। ਇਹ ਮੋਹ ਨੇ, ਵਿਛਿਆ ਨੇ ਬਲ ਪਾ ਲਿਆ ਹੈ। ਤੇ ਮਹਾਰਾਜ ਜੀ ਕਿਹੜੇ ਬੰਧਨ ਪੈ ਗਏ ਨੇ? ਇਹ ਮਹਾਰਾਜ ਜੀ ਹੰਕਾਰ ਦੇ ਬੰਧਨ ਪੈ ਗਏ ਨੇ। ਜਿਹੜਾ ਮਾਨ ਕਰਦਾ ਹਾਂ, ਮੋਹ ਮਾਇਆ ਦੇ ਬੰਧਨ ਪੈ ਗਏ ਨੇ। ਕਛੂ ਨਾ ਹੋਤ ਉਪਾਏ। ਮਹਾਰਾਜ ਜੀ ਕੁਝ ਉਪਾਅ ਨਹੀਂ ਜੇ ਚੱਲਦਾ। ਏਤੇ ਔਗਣ ਮੋਹ ਤਨ ਮਾਹੀ, ਰਾਖ ਲਿਹੋ ਪ੍ਰਭ ਸਰਣ ਗਹੀ। ਮਹਾਰਾਜ ਜੀ ਇੰਨੇ ਕੁ ਔਗਣ ਨੇ ਤਨ ਦੇ ਵਿੱਚ, ਜੇ ਮੈਂ ਦੱਸਾਂ ਤਾਂ ਦੱਸ ਨਹੀਂ ਸਕਦਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਮਹਾਰਾਜ ਜੀ ਆਪ ਜੀਆਂ ਦੀ ਸ਼ਰਨ ਤੱਕੀ ਹੈ। ਅਨਕ ਜਨਮ ਕੇ ਵਿਛੜੇ ਮਿਲੋ, ਪਾਵਨ ਪਤਿਤ ਪਾਵਨ ਤਵੈ ਬਿਰਦ ਕਹੀ। ਉਤਪਤ ਪਰਲਿਆ ਚੋਜ ਸਭ ਤੁਮਰੈ, ਤੁਮ ਬਿਨ ਦੂਸਰ ਅਵਰ ਨਹੀਂ। ਮੋਹਿ ਅਨਾਥ ਕੇ ਦਾਤੇ ਸੁਆਮੀ, ਰਾਖ ਲਿਹੋ ਵੱਡ ਪੁੰਨ ਹੀ। ਜਿੱਦਾਂ ਬਾਜਾਂ ਵਾਲੇ ਪਿਤਾ ਜੀ ਅਰਦਾਸ ਕਰਨ ਦਾ ਵੱਲ ਦੱਸਦੇ ਨੇ, ਹਜੂਰ ਬੰਧਨ ਪੈ ਗਏ ਨੇ। ਮਹਾਰਾਜ ਜੀ ਨਾਮ ਜਪਣਾ ਚਾਹੀਦਾ ਹੈ। ਹਜੂਰ ਮੇਰੇ ਤੋਂ ਨਾਮ ਨਹੀਂ ਜੇ ਜਪਿਆ ਜਾਂਦਾ, ਸੇਵਾ ਕਰਨੀ ਚਾਹੀਦੀ ਹੈ। ਹਜੂਰ ਮੇਰੇ ਤੋਂ ਸੇਵਾ ਨਹੀਂ ਜੇ ਹੁੰਦੀ, ਦਿਖਾਵੇ ਮਾਤਰ ਮੈਂ ਜੀਵਾਂ ਨੂੰ ਭਰਮਾ ਲੈਣਾ ਹਾਂ। ਕਹੋ ਨਾਨਕ ਅਬ ਓਟ ਹਰੇ। ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਨੂੰ ਹੁਣ ਤੁਹਾਡਾ ਹੀ ਆਸਰਾ ਹੈ। ਸ਼ਰਨ ਨਾਥ ਤੋਰੀ ਸਰਣ ਜੋਗ ਸਰਣੰ,
ਪ੍ਰਭੂ ਦਰਸ ਪਾਏ ਮਿਟੈ ਜਨਮ ਮਰਣੰ ਮਮ ਪਾਹ ਤੁਐ ਸਰਣ ਆਏ। ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ, ਵੱਡੇ ਭਾਗ ਜਾਗੇ ਨੇ ਆਪ ਜੀਆਂ ਦੇ ਸਿੱਖ ਪਰਿਵਾਰਾਂ ਵਿੱਚ ਜਨਮ ਮਿਲਿਆ ਹੈ। ਹਜੂਰ ਆਪ ਜੀ ਹੁਣ ਸਾਡੀ ਸਹਾਇਤਾ ਕਰਿਆ ਜੇ। ਗਜ ਜਿਉ ਸਹਾਇ, ਜਿਸ ਤਰ੍ਹਾਂ ਗਜ ਦੀ ਸਹਾਇਤਾ ਕੀਤੀ ਹੈ, ਸੁਦਰਸ਼ਨ ਚੱਕਰ ਛੱਡ ਕੇ ਹਾਥੀ ਨੂੰ ਮਹਾਰਾਜ ਜੀ ਆਪ ਜੀਆਂ ਨੇ ਮੁਕਤ ਕੀਤਾ ਹੈ। ਮੇਰੇ ਅੰਦਰ ਵੀ ਮਹਾਰਾਜ ਜੀ ਨਾਮ ਦਾ ਸੁਦਰਸ਼ਨ ਚੱਕਰ ਹੀ ਚਲਾ ਦਵੋ। ਹਜੂਰ ਕਿਰਪਾ ਕਰੋ, ਸਦਾ ਆਪ ਜੀਆਂ ਦੀ ਕਥਾ ਕੀਰਤਨ ਕਰਦਾ ਕਦੇ ਅੱਕਾ ਨਾ ਥਕਾ ਨਾ। ਮਹਾਰਾਜ ਜੀ ਇਸ ਤਰ੍ਹਾਂ ਲੱਗੇ ਕਿ ਇੱਕ ਜੀਭਾ ਥੋੜੀ ਪੈਂਦੀ ਹੈ, ਰੋਮ ਰੋਮ ਕਰਕੇ ਆਪ ਜੀਆਂ ਦਾ ਨਾਮ ਜਪਾਂ। ਸਦਾ ਆਪ ਜੀ ਕਿਰਪਾ ਕਰਿਓ, ਜਿੱਦਾਂ ਹਾਥੀ ਦੀ ਸਹਾਇਤਾ ਕੀਤੀ ਹੈ। ਹਜੂਰ ਆਪ ਜੀ ਆਪਣਾ ਗਰੀਬ ਸਿੱਖ ਜਾਣ ਕੇ ਹਜੂਰ ਹਿਰਦੇ ਦੇ ਵਿੱਚ ਨਾਮ ਦਾ ਚੱਕਰ ਹੀ ਸਤਿਗੁਰ ਜੀ ਕਿਰਪਾ ਕਰਕੇ ਚਲਾ ਦੇਣਾ ਕਰਿਓ। ਬਲ ਹੋਆ ਬੰਧਨ ਛੁਟੇ। ਇਹ ਸਾਧ ਸੰਗਤ ਜੀ ਫਿਰ ਜਿਹੜਾ ਅੱਗੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਦੋਹਰਾ ਜੋ ਸੰਪਰਦਾ ਦੇ ਵਿੱਚ ਮੰਨਿਆ ਜਾਂਦਾ ਹੈ, ਇੱਕ ਸਰੂਪ ਧੰਨ ਬਾਬਾ ਦੀਪ ਸਿੰਘ ਜੀਆਂ ਵੱਲੋਂ ਜੋ ਹੱਥ ਲਿਖਤ ਪਟਨਾ ਸਾਹਿਬ ਵਿਖੇ ਹੈ, ਉਹਦੇ ਵਿੱਚ ਦਰਸ਼ਨ ਕੀਤੇ ਜਾਂਦੇ ਹਨ ਕਿ ਮਹੱਲਾ 10ਵਾਂ ਇੱਥੇ ਲਿਖਿਆ ਆਉਂਦਾ ਹੈ। ਫਿਰ 8 ਨੁਕਰਾਂ ਵਾਲਾ ਇੱਕ ਸਰੂਪ ਹੈ ਮਹਾਰਾਜ ਜੀਆਂ ਦਾ, ਜਿਸ ਵਿੱਚ ਸਾਧ ਸੰਗਤ ਜੀ ਪਾਤਸ਼ਾਹੀ 10ਵੀਂ ਲਿਖਿਆ ਵੀ ਆਉਂਦਾ ਹੈ। ਪਰ ਜਦੋਂ ਹਜੂਰ ਨੇ ਸਾਧ ਸੰਗਤ ਜੀ ਦਮਦਮਾ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਆਪ ਆਪਣੇ ਮੁਖ ਤੋਂ ਉਚਾਰਨ ਕੀਤਾ ਸੀ, ਹਜੂਰ ਨੇ ਨਾਵੇਂ ਪਾਤਸ਼ਾਹ ਜੀਆਂ ਦੇ ਸਿਰਲੇਖ ਥੱਲੇ ਹੀ ਇਹ ਦੋਹਰਾ ਉਚਾਰਨ ਕਰ ਦਿੱਤਾ ਸੀ। ਹਜੂਰ ਨੇ ਕਿਰਪਾ ਕੀਤੀ ਹੈ। ਹੁਣ ਜਦੋਂ ਸਾਧ ਸੰਗਤ ਜੀ ਇਹ ਚਿੱਠੀ ਆਨੰਦਪੁਰ ਸਾਹਿਬ ਵਿਖੇ ਪੁੱਜੀ ਹੈ, ਸਿੱਖ ਸੰਗਤਾਂ ਨੇ ਸਾਧ ਸੰਗਤ ਜੀ ਮਹਾਰਾਜ ਜੀਆਂ ਦਾ ਉਪਦੇਸ਼ ਸੁਣ ਕੇ ਬੜੇ ਬਰਾਗ ਦੇ ਵਿੱਚ ਆ ਗਏ ਨੇ। ਮਨ ਧੀਰਜ ਨਹੀਂ ਪਕੜ ਰਿਹਾ। ਮਾਤਾ ਨਾਨਕੀ ਨੇ ਜਾਣ ਲਿਆ ਹੈ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਅੰਛਾ ਕੀ ਹੈ। ਹੁਣ ਹਜੂਰ ਸ਼ਹਾਦਤ ਦੇਣਗੇ। ਜਦੋਂ ਹਜੂਰ ਬਾਜਾਂ ਵਾਲੇ ਪਿਤਾ ਜੀਆਂ ਨੇ ਸਾਧ ਸੰਗਤ ਜੀ ਇਹ ਦੇਖਿਆ ਸੀ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸਾਧ ਸੰਗਤ ਜੀ ਸ਼ਕਤੀ ਦੀ ਕੋਈ ਮਿੱਤ ਨਹੀਂ ਜਾਣੀ ਜਾ ਸਕਦੀ। ਜੇ ਸਤਿਗੁਰ ਜੀ ਚਾਹਣ ਆਕਾਸ਼ ਦੇ ਵਿੱਚ ਸੂਰਜ ਦੀ ਗਤੀ ਨੂੰ ਰੋਕ ਦੇਣ, ਹਜੂਰ ਚਾਹਣ ਚੰਦਰਮਾ ਨੂੰ ਥੰਮ ਦੇਣ, ਪਾਉਣ ਮਹਾਰਾਜ ਜੀਆਂ ਦੇ ਹੁਕਮ ਵਿੱਚ ਚੱਲਦੀ ਹੈ। ਬ੍ਰਹਮਾ ਸਤਿਗੁਰ ਜੀਆਂ ਦੀ ਆਗਿਆ ਅੱਗੇ ਸੀਸ ਝੁਕਾਈ ਖੜਾ ਹੈ। ਅਚੁੱਤ ਆਦ ਅਨੰਤ ਸੋ ਸੁੰਦਰ ਖੋਜਤ ਹੈ ਜੇ ਕੋ ਸੁਰ ਰਾਈ। ਸੁਰਾਂ ਦੇ ਦੇਵਤਾ 33 ਕਰੋੜ ਦੇਵੀ ਦੇਵਤੇ ਮਹਾਰਾਜ ਜੀਆਂ ਦੇ ਦਰਸ਼ਨਾਂ ਤੋਂ ਲਭਾਏ ਮਾਨ ਹੁੰਦੇ ਹਨ। ਸਾਤ ਆਕਾਸ਼ ਪਤਾਰਨ ਭੀਤਰ ਰਾਜਤ ਹੈ ਜਿਹ ਕੀ ਪ੍ਰਭ ਤਾਈ। ਮਹਾਰਾਜ ਜੀ ਤਾਂ 14 ਲੋਕਾਂ ਦੇ ਵਿੱਚ ਆਕਾਸ਼ਾਂ ਤੇ ਪਤਾਲਾਂ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਨੂਰ ਭਰਪੂਰ ਹੈ। ਬਾਜਾਂ ਵਾਲੇ ਪਿਤਾ ਜੀਆਂ ਨੇ ਜਾਣਿਆ ਹੈ। ਐਸੇ ਸਤਿਗੁਰ ਜੀ ਇਹ ਅਜੋਗ ਗੱਲ ਹੈ। ਹਜੂਰ ਜੇ ਕਹਿ ਰਹੇ ਹਨ ਕਿ ਸਾਡੀ ਸਹਾਇਤਾ ਕਰੋ, ਮਹਾਰਾਜ ਜੀਆਂ ਦੇ ਤਾਂ ਦਾਸਨ ਦਾਸ, ਜਿਹੜੇ ਦਾਸਾਂ ਦੇ ਵੀ ਦਾਸ ਗਾਂ ਦਾਸ ਨੇ, ਉਹ ਬਾਦਸ਼ਾਹੀਆਂ ਦੇਣ ਦੇ ਸਮਰੱਥ ਨੇ। ਜੇ ਹਜੂਰ ਚਾਹਣ ਫੂਕ ਮਾਰ ਕੇ ਇਸ ਧਰਤੀ ਨੂੰ ਉਡਾ ਦੇਣ, ਇਹ ਇਤਿਹਾਸ ਵਿੱਚ ਬਚਨ ਆਉਂਦੇ ਨੇ। ਬਾਜਾਂ ਵਾਲੇ ਪਿਤਾ ਜੀਆਂ ਨੇ ਕਿਹਾ ਹੈ ਇਹ ਅਜੋਗ ਗੱਲ ਹੈ। ਗੁਰਸਿੱਖ ਨੂੰ ਫਿਰ ਪੁੱਛਿਆ ਸੀ ਕਿ ਗੁਰਸਿੱਖ ਜੀ ਮਹਾਰਾਜ ਜੀਆਂ ਨੇ ਕੋਈ ਹੁਕਮ ਵੀ ਕੀਤਾ ਸੀ? ਸਿੱਖ ਨੇ ਦੱਸਿਆ ਹਜੂਰ ਮਹਾਰਾਜ ਜੀਆਂ ਨੇ ਕਿਹਾ ਸੀ ਕਿ ਇਹ ਸਾਡੇ ਸਾਹਿਬਜ਼ਾਦੇ ਨੂੰ ਦੇਣਾ ਤੇ ਇਸ ਦਾ ਉੱਤਰ ਬੜੀ ਛੇਤੀ ਨਾਲ ਸਾਡੇ ਪਾਸ ਲੈ ਕੇ ਆਉਣਾ ਹੈ ਤੁਸੀਂ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਬਚਨ ਕਹੇ ਸੀ ਗੁਰਸਿੱਖ ਨੂੰ, ਇੱਕ ਸਮੇਂ ਘੋੜੇ ਤੂੰ ਦੌੜ ਜਾ, ਅੱਕੇਗਾ ਨਹੀਂ ਥੱਕੇਗਾ ਨਹੀਂ, ਕਿਤੇ ਰੁਕਣਾ ਨਹੀਂ। ਮਹਾਰਾਜ ਜੀਆਂ ਦੀ ਕਿਰਪਾ ਨਾਲ ਹਵਾ ਨੂੰ ਚੀਰਦਾ ਹੋਇਆ ਗੁਰਸਿੱਖ
ਪਾਉਣ ਦੀ ਵੇਗ ਦੇ ਨਾਲ ਆਨੰਦਪੁਰ ਸਾਹਿਬ ਪੁੱਜਿਆ ਹੈ। ਜਦੋਂ ਬਾਜਾਂ ਵਾਲੇ ਪਿਤਾ ਜੀਆਂ ਨੇ ਇਹ ਸੁਣਿਆ ਹੈ ਸਾਧ ਸੰਗਤ ਜੀ ਬਚਨ ਬਲ ਛੁਟਕਿਓ, ਹਜੂਰ ਨੇ ਆਖਿਆ ਹੈ ਸਮਰੱਥ ਸਤਿਗੁਰ ਜੀ ਹਨ, ਇਹ ਅਜੋਗ ਗੱਲ ਹੈ। ਫਿਰ ਸਾਧ ਸੰਗਤ ਜੀ ਇਹ 10ਵੇਂ ਪਾਤਸ਼ਾਹ ਜੀਆਂ ਦਾ ਦੋਹਰਾ ਹੈ। ਜੇ ਦੇਖਿਆ ਜਾਵੇ ਮਹਾਰਾਜ ਜੀ ਕਹਿੰਦੇ ਹਨ ਸਾਧਨ ਲਖਾ ਮੂੜ ਨਹਿ ਪਾਇਓ, 10 ਪਾਤਸ਼ਾਹੀਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਹਜੂਰ ਦਾ ਤਿਆਰ ਬਰ ਤਿਆਰ ਖਾਲਸਾ। ਮਹਾਰਾਜ ਜੀ ਕਹਿੰਦੇ ਹਨ ਇੱਕੋ ਹੀ ਰੂਪ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਜੋਤ ਹੈ। ਭਿੰਨ ਭਿੰਨ ਸਭਹੂ ਕਰ ਜਾਣਾ, ਏਕ ਰੂਪ ਕਿਨਹੂ ਪਹਿਚਾਨਾ। ਸਾਰਿਆਂ ਨੇ ਭਿੰਨ ਭਿੰਨ ਕਰਕੇ ਦੇਖਿਆ ਹੈ, ਇੱਕ ਰੂਪ ਤਾਂ ਕਿਸੇ ਵਿਰਲੇ ਨੇ ਜਾਣਿਆ ਹੈ। ਜਿਨ ਜਾਣਾ ਤਿਨ ਹੀ ਸਿੱਧ ਪਾਈ, ਬਿਨ ਸਮਝੈ ਸਿੱਧ ਹਾਥ ਨਾ ਆਈ। ਜਿਨ੍ਹਾਂ ਨੇ ਜਾਣ ਲਿਆ ਹੈ ਕਿ ਮਹਾਰਾਜ ਜੀ ਆਪਣੇ ਖਾਲਸੇ 'ਚ ਵੀ ਵਰਤਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਪਾਤਸ਼ਾਹੀਆਂ ਦੀ ਜਾਗਦੀ ਜੋਤ ਹੈ। ਹਜੂਰ ਕਹਿੰਦੇ ਹਨ ਉਹਨਾਂ ਮੁਕਤੀ ਪਾਈ ਹੈ, ਬਿਨ ਸਮਝੈ ਸਿੱਧ ਹਾਥ ਨਾ ਆਈ। ਜਿਹੜੇ ਵਾਂਝੇ ਰਹਿ ਗਏ ਨੇ ਉਹ ਮੁਕਤ ਪਦਾਰਥ ਤੋਂ ਵਾਂਝੇ ਰਹਿ ਗਏ ਨੇ। ਇਹ ਸਾਧ ਸੰਗਤ ਜੀ ਦੇਖਿਆ ਜਾਵੇ ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਦੋਹਰਾ ਹੈ। ਬਲ ਹੋਆ ਬੰਧਨ ਛੁਟੇ। ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ ਪਿਤਾ ਸਤਿਗੁਰ ਜੀ ਆਪ ਜੀਆਂ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਹਿੰਦ ਵਾਸੀਆਂ 'ਚ ਮਹਾਰਾਜ ਜੀ ਬਲ ਹੋ ਆਵੇਗਾ। ਇਹਨਾਂ ਦੇ ਸਭ ਬੰਧਨ ਛੁੱਟ ਜਾਣਗੇ। ਨਰੰਗਾ ਉਹਨਾਂ ਦੇ ਧਰਮ ਦੀ ਸਾਧ ਸੰਗਤ ਜੀ ਮਰਿਆਦਾ ਅਨੁਸਾਰ ਅੰਤਮ ਕਿਰਿਆ ਵੀ ਨਹੀਂ ਸੀ ਕਰਨ ਦਿੰਦਾ। ਸਭ ਕਿਛ ਹੋਤ ਉਪਾਏ। ਮਹਾਰਾਜ ਜੀ ਸਭ ਕੁਝ ਉਪਾਅ ਬਣ ਆਉਣਗੇ। ਜਦੋਂ ਆਪ ਜੀ ਸ਼ਹਾਦਤ ਦਵੋਗੇ ਇਹਨਾਂ ਗਰੀਬਾਂ ਦੀ ਖਾਤਰ ਇਹਨਾਂ ਦੇ ਸਭ ਬੰਧਨ ਟੁੱਟ ਜਾਣਗੇ। ਨਾਨਕ ਸਭ ਕਿਛ ਤੁਮਰੇ ਹਾਥ ਮੈਂ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਹੱਥ ਵਿੱਚ ਸਭ ਕੁਝ ਹੈ। ਚਾਹੇ ਜੀਵ ਨੂੰ ਉਜਾੜ ਦੋ, ਚਾਹੇ ਉਹਨੂੰ ਵਸਾ ਦੋ ਹਜੂਰ, ਆਪ ਜੀ ਸਭ ਕਰਨ ਕਾਰਨ ਸਮਰੱਥ ਹੋ। ਤੁਮ ਹੀ ਹੋਤ ਸਹਾਏ। ਆਪ ਜੀ ਮਹਾਰਾਜ ਜੀ ਸਭ ਇਹਨਾਂ ਹਿੰਦ ਵਾਸੀਆਂ ਦੀ ਹਜੂਰ ਆਪ ਸਹਾਇਤਾ ਕਰਨ ਕਰੋਗੇ। ਹਰਨ ਭਰਨ ਜਾ ਕਾ ਨੇਤਰ ਫੋਰ। ਮਹਾਰਾਜ ਜੀ ਇਹ ਕੱਖ ਦੇ ਝਮੱਕੇ ਦਾ ਵੀ ਸਮਾਂ ਨਹੀਂ ਲੱਗਦਾ। ਚਾਹੇ ਗੁਰਸਿੱਖੀ ਦਰਿਆ ਵਾਂਗੂ ਅੰਦਰ ਚਲਾ ਦੋ, ਚਾਹੇ ਮਾਰੂਥਲ ਕਰ ਦੋ। ਇਸੇ ਕਰਕੇ ਗੁਰਸਿੱਖ ਸਦਾ ਝੁਕੇ ਰਹਿੰਦੇ ਨੇ। ਇਸੇ ਤਰ੍ਹਾਂ ਹੀ ਬਲ ਹੋਆ ਬੰਧਨ ਛੁਟੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਵਿੱਚ ਬਲ ਵੀ ਹੈ ਤੇ ਮਹਾਰਾਜ ਜੀ ਆਪ ਇਸ ਸੰਸਾਰ ਦੇ ਬੰਧਨ ਕੀ ਮਾਨਖ ਕੀ ਕਹੋ ਕੇਤਕ ਬਾਤ। ਜਮ ਤੇ ਰਾਖੈ ਦੇ ਕਰ ਹਾਥ। ਹਜੂਰ ਇਹ ਬੰਧਨ ਕੀ ਨੇ? ਤੁਸੀਂ ਤਾਂ ਜਮਾਂ ਦੇ ਬੰਧਨ ਗੁਰਸਿੱਖਾਂ ਦੇ ਕੱਟ ਦਿੱਤੇ ਨੇ। ਮਹਾਰਾਜ ਜੀ ਸਰੀਰ ਉਹਨਾਂ ਨੇ ਜਾਣ ਲਿਆ ਹੈ ਕਿ ਨਾਸ਼ਵੰਤ ਹੈ। ਜਿਹੜੇ ਗੁਰਸਿੱਖ ਕੇਵਲ ਆਪ ਜੀਆਂ ਦੇ ਦਰਸ਼ਨ ਕਰਦੇ ਨੇ। ਭਾਈ ਮਤੀ ਦਾਸ ਜੀ ਸੀਸ ਤੇ ਆਰਾ ਚੱਲਦਾ ਹੈ ਪਰ ਦੋਨੋਂ ਤਨ ਤੇ ਜਪਜੀ ਪੜੈ। 2 ਸਰੀਰ ਦੇ ਟੋਟੇ ਹੋ ਗਏ ਨੇ। ਦੋਨਾਂ ਤਨਾਂ ਤੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ। ਹੇਰਤ ਸਭ ਕੈ ਅਚਰਜ ਬੜੈ। ਦਿੱਲੀ ਦੀਆਂ ਸੰਗਤਾਂ ਵਿੱਚ ਦੇਖ ਦੇਖ ਕੇ ਅਚਰਜ ਹੋ ਆਇਆ ਸੀ ਕਿ ਇਹ ਕਿਵੇਂ ਹੋ ਸਕਦਾ ਹੈ। ਭਾਈ ਮਤੀ ਦਾਸ ਜੀ ਕਹਿੰਦੇ ਨੇ ਮੁਹਿਆਰਾ ਪਿਆਰਾ ਲਗਤ ਹੈ। ਹਜੂਰ ਤੁਹਾਡੇ ਤਾਂ ਦਾਸਾਂ ਦੇ ਦਾਸ ਦਾਸ ਗਾ ਮਹਾਰਾਜ ਜੀ। ਉਹ ਬੰਧਨ ਤੋੜਨ ਦੇ ਸਮਰੱਥ ਹੋ ਪਰ ਆਪ ਸਤਿਗੁਰ ਜੀ ਆਪ ਸਰਬ ਕਲਾ ਸਮਰੱਥ ਹੋ। ਸਭ ਕਿਛ ਹੋਤ ਉਪਾਏ। ਸਭ ਉਪਾਅ ਮਹਾਰਾਜ ਜੀ ਆਪ ਹੀ ਬਣਾਉਣ ਵਾਲੇ ਹੋ। ਆਪ ਜੀਆਂ ਦੀ ਆਗਿਆ ਤੋਂ ਭਿੰਨ ਕੁਝ ਵੀ ਨਹੀਂ ਸੰਸਾਰ ਵਿੱਚ ਚੱਲ ਰਿਹਾ। ਨਾਨਕ ਸਭ ਕਿਛ ਤੁਮਰੇ ਹਾਥ ਮੈਂ। ਮਹਾਰਾਜ ਜੀ ਤੁਹਾਡੇ ਹੱਥ ਵਿੱਚ ਹੀ ਸਭ ਕੁਝ ਹੈ ਤੇ ਮਹਾਰਾਜ ਜੀ ਤੁਸੀਂ ਹੀ ਸਭ ਦੀ ਸਹਾਇਤਾ ਕਰਨੀ ਹੈ। ਤੁਮ ਹੀ ਹੋਤ ਸਹਾਏ। ਤੁਸੀਂ ਹੀ ਹਜੂਰ ਸਹਾਇਤਾ ਕਰਨੀ। ਇਸੇ ਤਰ੍ਹਾਂ ਗੁਰਸਿੱਖਾਂ ਦੇ ਵਿੱਚ ਬਲ ਭਰ ਆਉਂਦਾ ਹੈ।
ਕਹਿੰਦੇ ਹਨ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਦੋਂ ਗੁਰੂ ਸਾਹਿਬ ਸੀਸ ਤੇ ਹੱਥ ਧਰ ਦਿੰਦੇ ਨੇ, ਗੁਰੂ ਜੀ ਕੀ ਦਿੰਦੇ ਨੇ? ਹਰੀ ਦਾ ਨਾਮ ਦਿੰਦੇ ਨੇ। ਮਹਾਰਾਜ ਜੀ ਜਦੋਂ ਪ੍ਰਸੰਨ ਹੁੰਦੇ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਹਾ ਕਰਦੇ ਸੀ, ਗੁਰਸਿੱਖਾ ਤੈਨੂੰ ਕਰਤਾਰ ਨਾ ਵਿਸਰੈ। ਮਹਾਰਾਜ ਜੀ ਕਹਿੰਦੇ ਹਨ ਗੁਰਸਿੱਖਾਂ ਵਿੱਚ ਹਜੂਰ ਬਲ ਵੀ ਭਰ ਆਇਆ ਹੈ, ਸਭ ਉਹਨਾਂ ਨੇ ਬੰਧਨ ਛੱਡ ਦਿੱਤੇ ਨੇ। ਮਹਾਰਾਜ ਜੀ ਸਭ ਉਪਾਅ ਵੀ ਬਣ ਆਏ ਨੇ। ਗੁਰਸਿੱਖਾਂ ਨੂੰ ਤਾਂ ਕੰਧਾਂ ਵੀ ਉਪਦੇਸ਼ ਦਿੰਦੀਆਂ ਨੇ, ਜਦੋਂ ਉਪਾਅ ਬਣਨੇ ਹੁੰਦੇ ਨੇ ਸਭ ਦੇ ਚਰਨਾਂ ਦੀ ਧੂੜੀ ਹੋਏ ਰਹਿੰਦੇ ਨੇ ਗੁਰਸਿੱਖ। ਮਹਾਰਾਜ ਜੀ ਆਪ ਜੀਆਂ ਨੇ ਕਿਰਪਾ ਕੀਤੀ ਹੈ। ਸੰਗ ਸਖਾ ਸਭ ਤਜ ਗਏ। ਇਹ ਸਾਧ ਸੰਗਤ ਜੀ ਫਿਰ ਜਿਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਸ਼ਰਵਣ ਕੀਤਾ ਹੈ ਦੋਹਰਾ, ਹਜੂਰ ਨੇ ਜਾਣ ਲਿਆ ਹੈ ਸਾਡੇ ਸਾਹਿਬਜ਼ਾਦੇ ਹੁਣ ਗੁਰਤਾ ਗੱਦੀ ਤੇ ਬੈਠਣ ਦੇ ਸਮਰੱਥ ਹਨ। 9 ਸਾਲ ਦੀ ਆਯੂ ਹੈ ਬਾਜਾਂ ਵਾਲੇ ਪਿਤਾ ਜੀਆਂ ਦੀ। 5 ਪੈਸੇ ਤੇ ਨਾਰੀਅਲ ਸਤਿਗੁਰ ਜੀਆਂ ਨੇ ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀਆਂ ਲਈ ਭੇਜੇ ਹਨ। ਇਹ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇਖ ਰਹੇ ਹਨ, ਜਿਨ੍ਹਾਂ ਦੀ ਲੱਖਾਂ ਸਾਲਾਂ ਦੀ ਤਪੱਸਿਆ ਹੈ। ਹੇਮਕੁੰਡ ਪਰਬਤ ਹੈ ਜਹਾਂ, ਸਰਪ ਸਿੰਘ ਸੋਭਤ ਹੈ ਤਹਾਂ। ਮਹਾਰਾਜ ਜੀ ਕਹਿੰਦੇ ਹਨ ਜਿਹੜਾ ਹੇਮਕੁੰਡ ਪਰਬਤ ਹੈ, 7 ਚੋਟੀਆਂ ਜਿੱਥੇ ਸੌਂਦੀਆਂ ਨੇ। ਮਹਾਰਾਜ ਜੀ ਕਹਿੰਦੇ ਹਨ ਪੰਡ ਰਾਜ ਜਿਹੇ ਜੋਗ ਕਮਾਵਾ, ਜਿੱਥੇ ਪਾਂਡੂਆਂ ਨੇ ਉਥੇ ਜੋਗ ਕਮਾਇਆ ਸੀ। ਤਹ ਹਮ ਅਨਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਮਹਾਰਾਜ ਜੀ ਕਹਿੰਦੇ ਹਨ ਉੱਥੇ ਅਸੀਂ ਤਪੱਸਿਆ ਸਾਧੀ ਸੀ। ਵਿਚਿੱਤਰ ਨਾਟਕ ਵਿੱਚ ਹਜੂਰ ਜ਼ਿਕਰ ਕਰਦੇ ਨੇ ਇੱਕ ਕਾਲ ਪੁਰਖ ਵਾਹਿਗੁਰੂ ਦਾ ਆਰਾਧਨਾ ਕੀਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਜਾਣ ਲਿਆ ਹੈ। ਭੂਰਾ ਮਾਤਰ ਵੀ ਇਹਨਾਂ ਦੇ ਬੋਲਾਂ ਵਿੱਚ ਕੋਈ ਵੀ ਪ੍ਰਤੀਤ ਨਹੀਂ ਹੁੰਦਾ। ਇਹ ਹੁਣ ਗੁਰਤਾ ਗੱਦੀ ਦਾ ਭਾਰ ਸਹਾਰ ਲੈਣਗੇ। ਮਹਾਰਾਜ ਜੀਆਂ ਨੇ ਫਿਰ ਗੁਰਤਾ ਗੱਦੀ ਅਰਪਣ ਕੀਤੀ ਹੈ। ਇਸ ਤੋਂ ਅੱਗੇ ਫਿਰ ਹਜੂਰ ਜਿਸ ਤਰ੍ਹਾਂ ਸ਼ਲੋਕ ਉਚਾਰਨ ਕਰਦੇ ਨੇ, ਮਹਾਰਾਜ ਜੀ ਕਿਰਪਾ ਕਰਦੇ ਹਨ। ਸੰਗ ਸਖਾ ਸਭ ਤਜ ਗਏ। ਹਜੂਰ ਕਹਿੰਦੇ ਹਨ ਸੰਗ ਸਖਾ ਸਭ ਤਜ ਗਏ। ਭਾਈ ਮਤੀ ਦਾਸ ਜੀ ਉਹ ਵੀ ਸਰੀਰ ਕਰਕੇ ਛੱਡ ਗਏ ਨੇ। ਭਾਈ ਸਤੀ ਦਾਸ ਜੀ, ਭਾਈ ਸਤੀ ਦਾਸ ਜੀ ਸਾਧ ਸੰਗਤ ਜੀ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ ਹੈ, ਸ਼ਹਾਦਤ ਦੀ ਦੇਵੀ ਨੂੰ ਵਰਿਆ ਹੈ। ਭਾਈ ਸਤੀ ਦਾਸ ਜੀ ਮੂਲ ਮੰਤਰ ਦੇ ਅਭਿਆਸੀ ਹਨ। ਧੰਨ ਭਾਈ ਦਿਆਲਾ ਜੀ ਆਲੂ ਵਾਂਗੂ ਦੇਗੇ ਚੋਂ ਬਾਲੇ ਗਏ ਨੇ। ਬਹਿੰਦਿਆਂ ਸ਼ੁਰੂ ਕੀਤਾ ਸੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਣਾ ਕੇ ਮਨ ਬਿਸਰਾਮ। ਮਹਾਰਾਜ ਜੀਆਂ ਦੇ ਸਿੱਖਾਂ ਨੂੰ ਸਾਧ ਸੰਗਤ ਜੀ ਉਹ ਤਪਦਾ ਹੋਇਆ ਦੇਗਾ ਗਰਮ ਪਾਣੀ ਵੀ ਅਸਰ ਨਾ ਸੀ ਕਰ ਸਕਿਆ। ਭਾਈ ਦਿਆਲਾ ਜੀਆਂ ਨੇ ਕਹਿ ਦਿੱਤਾ ਸੀ ਕਿ ਹੇ ਨਰੰਗਿਆ, ਇਹ ਆਰਾ ਤੂੰ ਭਾਈ ਮਤੀ ਦਾਸ ਜੀਆਂ ਦੇ ਸੀਸ ਤੇ ਨਹੀਂ, ਸਵਯੰ ਆਪਣੇ ਰਾਜ ਦੀਆਂ ਜੜ੍ਹਾਂ ਤੇ ਚਲਾ ਦਿੱਤਾ ਹੈ। ਇਤਿਹਾਸ ਜ਼ਿਕਰ ਕਰਦਾ ਹੈ ਇਸ ਭਾਈ ਮਤੀ ਦਾਸ ਜੀਆਂ ਦੀ ਸ਼ਹਾਦਤ ਤੋਂ ਬਾਅਦ, ਹਜੂਰ ਦੀ ਸ਼ਹਾਦਤ ਤੋਂ ਬਾਅਦ ਨਰੰਗਾ ਇੱਕ ਦਿਨ ਵੀ ਦਿੱਲੀ ਨਹੀਂ ਸੀ ਰੁਕ ਸਕਿਆ। ਨੀਂਦ ਨਹੀਂ ਸੀ ਉਸ ਨੂੰ ਆਉਂਦੀ। ਔਰੰਗਾਬਾਦ ਜਿਹੜਾ ਹਜੂਰ ਸਾਹਿਬ ਜੀਆਂ ਦੇ ਪਾਸ ਆਉਂਦਾ ਹੈ, ਉੱਥੇ ਉਹਦੀ ਕਬਰ ਬਣੀ ਹੈ। ਉੱਥੇ ਫਿਰ ਉਹਨੇ ਆਪਣਾ ਸਾਧ ਸੰਗਤ ਜੀ ਇਹ ਸਰੀਰ ਛੱਡਿਆ ਸੀ। ਹਜੂਰ ਕਹਿੰਦੇ ਹਨ ਸੰਗ ਸਖਾ ਸਭ ਤਜ ਗਏ, ਸਭ ਸੰਗ ਤੇ ਸਖੀ। ਇਹ ਵੀ ਜ਼ਿਕਰ ਆਉਂਦਾ ਹੈ ਕਿ ਨਰੰਗੇ ਨੇ ਕੁਝ ਸਿੱਖਾਂ ਨੂੰ ਕੈਦ ਕਰ ਲਿਆ ਸੀ। ਭਾਈ ਉਦੇ ਜੀ ਸਾਧ ਸੰਗਤ ਜੀ ਉਹਨਾਂ ਨੇ ਦੇਖਿਆ ਹਜੂਰ ਅੱਗੇ ਅਰਦਾਸ ਕੀਤੀ, ਮਹਾਰਾਜ ਜੀ ਪਰਚਾ ਬੜਾ ਭਾਰੀ ਪੈ ਗਿਆ ਜੇ, ਹੁਣ ਆਪ ਕਰੋ ਕਿਰਪਾ। ਮਹਾਰਾਜ ਜੀ ਸਾਨੂੰ ਇਥੋਂ ਨਿਵਰਤੀ ਕਰੋ। ਹਜੂਰ ਨੇ ਕਿਹਾ ਸੀ ਸਭ ਬੰਧਨ ਟੁੱਟ ਜਾਣਗੇ, ਸਭ ਦਰਵਾਜ਼ੇ ਖੁੱਲ ਜਾਣਗੇ, ਕੋਈ ਤੁਹਾਨੂੰ ਦੇਖ ਨਹੀਂ ਸਕੇਗਾ। ਸਭ ਸਿੱਖਾਂ ਦੀ ਰਿਹਾਈ ਕੀਤੀ ਸੀ। ਹਜੂਰ ਕਹਿੰਦੇ ਹਨ ਸਖ ਸੰਗ ਸਖਾ ਸਭ ਤਜ ਗਏ, ਸਭ ਸੰਗੀ ਤੇ ਸਾਥੀ ਤਜ ਕੇ ਚਲੇ ਗਏ ਨੇ। ਕੋ ਨਾ ਨਿਭਿਓ ਸਾਥ, ਕੋਈ ਵੀ ਸਾਥ ਨਹੀਂ ਨਿਭਿਆ।
ਕੋਈ ਵੀ ਨਾਲ ਨਹੀਂ ਜੇ ਜਾਂਦਾ ਸੰਸਾਰ ਵਿੱਚੋਂ। ਕਹੋ ਨਾਨਕ ਇਹ ਬਿਪਤ ਮੈਂ, ਮਹਾਰਾਜ ਜੀ ਕਹਿੰਦੇ ਹਨ ਇਸ ਬਿਪਤ ਦੀ ਘੜੀ ਵਿੱਚ ਹਾਂਜੀ ਏਕ ਏਕ ਰਗਨਾਥ, ਇੱਕ ਰਗਨਾਥ ਕਾਲ ਪੁਰਖ ਵਾਹਿਗੁਰੂ ਦੀ ਟੇਕ ਲੈਣੀ ਚਾਹੀਦੀ ਹੈ ਗੁਰਸਿੱਖੋ। ਫਿਰ ਸਾਧ ਸੰਗਤ ਜੀ ਉਹ ਦਰੋਗਾ ਜਿਹੜਾ ਮਹਾਰਾਜ ਜੀਆਂ ਦੇ ਉੱਪਰ ਨਿਗਾਹ ਰੱਖਦਾ ਸੀ, ਹਜੂਰ ਦੇ ਪਾਸ ਆਇਆ ਹੈ। ਰਾਤ ਦਾ ਸਮਾਂ ਹੈ, 12 ਵਜੇ ਮਹਾਰਾਜ ਜੀਆਂ ਦਾ ਦਰਵਾਜ਼ਾ ਖੋਲ ਦਿੱਤਾ ਹੈ। ਹਜੂਰ ਨੂੰ ਆਖਿਆ ਹੈ ਮਹਾਰਾਜ ਜੀ ਆਪ ਜੀ ਇੱਥੋਂ ਚਲੇ ਜਾਵੋ, ਹਜੂਰ ਜੋ ਕੱਲ ਘਟਨਾ ਵਾਪਰੇਗੀ ਮੇਰੇ ਤੋਂ ਹਜੂਰ ਇਹਨਾਂ ਦੀਦਿਆਂ ਦੇ ਨਾਲ ਨਹੀਂ ਜੇ ਦੇਖਿਆ ਜਾਣਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਨ ਕਹੇ ਸੀ, ਦਰੋਗਿਆ ਕਿੰਨੇ ਚਿਰ ਦੀ ਤੇਰੇ ਪਾਸ ਸਿੱਖੀ ਹੈ। ਹਜੂਰ ਜਦੋਂ ਤੂੰ ਆਪ ਇਸ ਕਾਰਾਗ੍ਰਹਿ ਵਿਖੇ ਆਏ ਹੋ, ਮਹਾਰਾਜ ਜੀਆਂ ਨੇ ਕਿਹਾ ਸੀ ਦਰੋਗਿਆ ਚੰਦ ਦਿਨਾਂ ਦੀ ਸਿੱਖੀ ਹੈ, ਸ਼ਹੀਦੀਆਂ ਪਾਉਣ ਵਾਸਤੇ ਤੇਰਾ ਮਨ ਲਲਚਾ ਉੱਠਿਆ ਹੈ, ਅਸੀਂ ਇੱਥੇ ਭੱਜ ਜਾਣ ਵਾਸਤੇ ਨਹੀਂ ਆਏ। ਹਜੂਰ ਨੇ ਕਿਹਾ ਸੀ ਜੇ ਅਸੀਂ ਚਲੇ ਜਾਈਏ ਨਿਰੰਗਾ ਤੇਰਾ ਕੀ ਹਾਲ ਕਰੇਗਾ। ਮਹਾਰਾਜ ਜੀ ਉਹ ਹਾਲ ਕਰੇਗਾ ਜਿਹੜਾ ਸ਼ਾਇਦ ਆਪ ਜੀਆਂ ਦੇ ਸਿੱਖਾਂ ਨੂੰ ਵੀ ਨਾ ਕੀਤਾ ਹੋਵੇ, ਮੈਂ ਸੋਚ ਵੀ ਨਹੀਂ ਸਕਦਾ। ਹਜੂਰ ਨੇ ਕਿਹਾ ਸੀ ਫਿਰ ਅਸੀਂ ਇੱਥੋਂ ਜਾਣ ਵਾਸਤੇ ਨਹੀਂ ਆਏ, ਮੋਹਰ ਦੇ ਕੇ ਆਨੰਦਪੁਰ ਸਾਹਿਬ ਵਿਖੇ ਭੇਜਿਆ ਸੀ। ਇਹ ਆਪਣੇ ਥੋੜੇ ਸਿਪਾਹੀਆਂ ਦੇ ਨਾਲ ਭਗੌੜਾ ਹੋ ਗਿਆ ਸੀ। ਬਾਜਾਂ ਵਾਲੇ ਪਿਤਾ ਜੀਆਂ ਦੇ ਦਰਬਾਰ ਵਿੱਚ ਅਹਿਮ ਅਹੁਦਿਆਂ ਤੇ ਇਹਨੇ ਦਰੋਗੇ ਨੇ ਕੰਮ ਕੀਤਾ ਹੈ। ਹਜੂਰ ਕਹਿੰਦੇ ਹਨ ਸੰਗ ਸਖਾ ਸਭ ਤਜ ਗਏ। ਜਿਸ ਸਮੇਂ ਮੌਤ ਦਾ ਸਮਾਂ ਆਉਂਦਾ ਹੈ, ਸੰਗੀ ਸਾਥੀ ਜਿਹੜੇ ਪੁੱਤਰ ਧੀਆਂ ਬਾਹਾਂ ਫੜੀ ਕਹਿੰਦੇ ਨੇ ਬਾਬਾ ਤੈਨੂੰ ਕਿਤੇ ਨਹੀਂ ਜਾਣ ਦੇਣਾ। ਹਜੂਰ ਕਹਿੰਦੇ ਹਨ ਮਹਾਰਾਜ ਜੀ ਸਭ ਤਜ ਜਾਂਦੇ ਨੇ, ਨਾਮ ਰਹਿਓ ਸਾਧੂ ਰਹਿਓ। ਮਹਾਰਾਜ ਜੀ ਕਹਿੰਦੇ ਹਨ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕੋਈ ਵੀ ਨਾਲ ਨਹੀਂ ਨਿਭਦਾ। ਇਸੇ ਸੰਗੀ ਸਾਥੀ ਕੀ ਕਹੇ ਨੇ ਮਹਾਰਾਜ ਜੀਆਂ ਨੇ, ਚੱਬਣ ਚਲਨ ਰਤਨ ਸੇ ਸੁਨੀਰ ਬਹਿ ਗਏ, ਹੇੜੀ ਮੁੱਤੇ ਧਾਹੇ ਸੇ ਜਾਨੀ ਚੱਲ ਗਏ। ਮਹਾਰਾਜ ਜੀ ਕਹਿੰਦੇ ਹਨ ਜਿਹੜੇ ਦੰਦ ਨੇ ਕਹਿੰਦਾ ਸੀ ਖਰੋਟ ਚੱਬ ਦਿੰਦਾ ਹਾਂ, ਇਹ ਵੀ ਹੁਣ ਦੇਖ ਉਮਰ ਨੇ ਬੁਢਾਪੇ ਨੇ ਧੱਕਾ ਮਾਰਿਆ ਹੈ, ਇਹ ਦੰਦ ਵੀ ਚਲੇ ਗਏ ਨੇ। ਚਲਨ ਜਿਹੜੀਆਂ ਰਤਾਂ ਨਾਲ ਚੱਲਦਾ ਸੀ ਉਹ ਲੱਤਾਂ ਵੀ ਨਹੀਂ ਰਹੀਆਂ, ਬੁਢਾਪੇ ਨੇ ਐਸਾ ਜ਼ੋਰ ਮਾਰਿਆ ਹੈ। ਰਤਨ ਜਿਹੜੀਆਂ ਅੱਖਾਂ ਜਾਗਦੀਆਂ ਸੀ ਬੜੇ ਮੋਤੀ ਵਾਂਗੂ ਕਹਿੰਦਾ ਸੀ ਦੂਰ ਤਿੱਕਰ ਦੇਖਦਾ ਹਾਂ, ਦੇਖ ਇਹ ਵੀ ਅੱਖਾਂ ਵੀ ਨਾਲ ਨਹੀਂ ਗਈਆਂ। ਸੇ ਸੁਣੀਰ ਬਹਿ ਗਏ ਜਿਹੜੇ ਕੰਨਾਂ ਨਾਲ ਕਹਿੰਦਾ ਸੀ ਬੜਾ ਸੁਣਦਾ ਹਾਂ। ਮਹਾਰਾਜ ਜੀ ਕਹਿੰਦੇ ਹਨ ਇਹ ਸਭ ਸੰਗੀ ਸਾਥੀ ਛੱਡ ਜਾਂਦੇ ਹਨ ਸੰਸਾਰ ਦੇ ਵਿੱਚੋਂ। ਕਹੋ ਨਾਨਕ ਇਹ ਬਿਪਤ ਮੈਂ, ਮਹਾਰਾਜ ਜੀ ਕਹਿੰਦੇ ਹਨ ਕੋਈ ਸਾਥ ਨਹੀਂ ਦਿੰਦਾ ਇਸ ਬਿਪਤ ਦੀ ਘੜੀ ਵਿੱਚ। ਮਹਾਰਾਜ ਜੀ ਕਹਿੰਦੇ ਹਨ ਉਸ ਕਾਲ ਪੁਰਖ ਵਾਹਿਗੁਰੂ ਨੂੰ, ਏਕ ਏਕ ਰਗਨਾਥ, ਉਸ ਰਗਨਾਥ ਦੀ ਸੰਕਟ ਹਰਨ ਚੰਦ ਤਾਰਨ ਤਰਨ। ਮਹਾਰਾਜ ਜੀ ਕਹਿੰਦੇ ਹਨ ਸਭ ਸੰਕਟਾਂ ਨੂੰ ਜੋ ਹਰ ਲੈਣ ਵਾਲਾ ਹੈ, ਤਾਰਨ ਤੇ ਤਰਨ ਜੋ ਮਹਾਰਾਜ ਜੀ ਤਰਨ ਤੇ ਤਾਰਨ ਵਾਸਤੇ ਕਲਯੁਗ ਦੇ ਵਿੱਚ ਜਹਾਜ਼ ਦੀ ਨਿਆਈ ਹੈ, ਉਸ ਰਗਨਾਥ। ਇਹ ਸਾਧ ਸੰਗਤ ਜੀ ਰਗਨਾਥ ਦਾ ਅਰਥ ਹੈ ਬੇਅੰਤ ਅਰਥ ਕਰਦੇ ਨੇ ਜਿਸ ਤੋਂ ਰਘੂ ਕੁਲ, ਜਿਸ ਕੁਲ ਦੇ ਵਿੱਚ ਰਾਮਚੰਦਰ ਜੀ ਦਾ ਅਵਤਾਰ ਹੋਇਆ ਹੈ। ਮਹਾਰਾਜ ਜੀ ਕਹਿੰਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਕੁਲ ਦੇ ਵੀ ਨਾਥ ਆਪ ਹੋ। ਫਿਰ ਰਗ ਸਾਹ ਰਗ ਨੂੰ ਕਿਹਾ ਜਾਂਦਾ ਹੈ। ਸਾਹਾਂ ਦਾ ਦਾਤਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਜੀ ਤੁਹਾਡੀ ਹੀ ਇੱਕ ਟੇਕ ਹੈ। ਹਜੂਰ ਕਹਿੰਦੇ ਹਨ ਉਹਦੀ ਟੇਕ ਲੈ ਲੈਣੀ ਚਾਹੀਦੀ ਹੈ। ਫਿਰ ਸਾਧ ਸੰਗਤ ਜੀ ਭਾਈ ਕਾਹਨ ਸਿੰਘ ਜੀ ਨਾਭਾਰਥ ਕਰਦੇ ਨੇ ਰਘੂ ਦਾ। ਰਗ ਨਾਮ ਹੈ ਪ੍ਰਕਾਸ਼ ਦਾ। ਪ੍ਰਕਾਸ਼ ਦੇ ਦਾਤੇ ਕੌਣ ਹਨ? ਗਿਆਨ ਦੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੀ ਟੇਕ ਲੈ ਲੈਣੀ ਚਾਹੀਦੀ ਹੈ। ਫਿਰ ਰਾਗ ਸਾਧ ਸੰਗਤ ਜੀ ਇੰਦਰੀਆਂ ਨੂੰ ਕਹਿੰਦੇ ਨੇ। ਇੰਦਰੀਆਂ ਦਾ ਨਾਥ ਕੀ ਹੈ?
ਗੋਬਿੰਦ, ਗੋ ਇੰਦਰੀਆਂ ਨੂੰ ਬਿੰਦ ਪਾਲਣਾ ਕਰਨ ਵਾਲਾ ਮਹਾਰਾਜ ਜੀ ਸਭ ਸੰਗੀ ਸਾਥੀ ਸੰਸਾਰ ਵਿੱਚ ਛੱਡ ਜਾਂਦੇ ਨੇ, ਕੇਵਲ ਸਾਨੂੰ ਆਪ ਜੀਆਂ ਦਾ ਹੀ ਆਸਰਾ ਹੈ। ਇਸੇ ਤਰ੍ਹਾਂ ਹੀ ਸੰਗ ਸਖਾ ਸਭ ਤਜ ਗਏ। ਹਜੂਰ ਕਹਿੰਦੇ ਨੇ ਜਿਸ ਸਮੇਂ ਕਸ਼ਮੀਰੀ ਪੰਡਤਾਂ ਨੇ ਆ ਕੇ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਫਰਿਆਦ ਕੀਤੀ ਸੀ, ਸਭ ਸਾਧ ਸੰਗਤ ਜੀ ਇਹਨਾਂ ਕਿਹਾ ਸੀ ਕਿ ਜੇ ਨਿਰੰਗੇ ਨੇ ਸਾਨੂੰ ਥੋੜਾ ਸਮਾਂ ਦੇਵੇ, ਅਸੀਂ ਦੇਵੀ ਦੇਵਤਿਆਂ ਦਾ ਆਰਾਧਨ ਕਰਾਂਗੇ। ਜੇ ਨਾ ਸਹਾਇਤਾ ਕੀਤੀ ਮਹਾਰਾਜ ਜੀਆਂ ਨੂੰ, ਨਿਰੰਗੇ ਨੂੰ ਇਹਨਾਂ ਕਿਹਾ ਸੀ ਅਸੀਂ ਆਪ ਫਿਰ ਮੁਸਲਮਾਨ ਬਣ ਜਾਵਾਂਗੇ। ਜਦੋਂ ਬੜਾ ਉਪਾਅ ਕੀਤਾ, ਸਭ ਦੇਵੀ ਦੇਵਤੇ ਧਿਆਲੇ, ਅਮਰਨਾਥ ਗਏ ਜਿਹਨੂੰ ਮਹਾਦੇਵ ਕਿਹਾ ਜਾਂਦਾ ਹੈ, ਭਾਵ ਸਭ ਤੋਂ ਵੱਡਾ ਦੇਵਤਾ। ਚਿੱਠੀ ਮਿਲੀ ਹੈ, ਆਕਾਸ਼ਵਾਣੀ ਹੋਈ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਜੀਆਂ ਦੀ ਜਿਹੜੀ ਧਰਤੀ ਹੈ, ਜਿਸ ਦਾ ਨਾਮ ਚੱਕ ਨਾਨਕੀ ਵੀ ਪ੍ਰਾਤਨ ਹਜੂਰ ਨੇ ਰੱਖਿਆ ਸੀ, ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਵੇ ਸਰੂਪ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੁਹਾਡੀ ਰੱਖਿਆ ਕਰ ਸਕਦੇ ਨੇ। ਹਿੰਦੂ ਧਰਮ ਦੇ ਸਭ ਸੰਗੀ ਸਾਥੀ ਸਭ ਚਲੇ ਗਏ ਸੀ। ਕਉ ਨ ਨਿਭਿਓ ਸਾਥ, ਕੋਈ ਵੀ ਇਹਨਾਂ ਦਾ ਸਾਥ ਨਹੀਂ ਸੀ ਦੇ ਸਕਿਆ। ਸਭ ਨੇ ਹੱਥ ਖੜੇ ਕਰ ਲਏ ਸੀ ਨਿਰੰਗੇ ਦੇ ਅੱਗੇ, ਸਭ ਨੇ ਗੋਡੇ ਟੇਕ ਦਿੱਤੇ ਸੀ। ਕਹੋ ਨਾਨਕ ਇਹ ਬਿਪਤ ਮੈਂ, ਇਸ ਬਿਪਤ ਦੇ ਵਿੱਚ ਇਹ ਹਿੰਦੂ ਧਰਮ ਤੇ ਜੋ ਬਿਪਤਾ ਪਈ ਹੈ, ਇਸ ਬਿਪਤ ਦੀ ਘੜੀ ਦੇ ਵਿੱਚ ਏਕ ਰਗਨਾਥ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਟੇਕ ਦਿੱਤੀ ਹੈ। ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਮਹਾਰਾਜ ਜੀਆਂ ਨੇ ਤਿਲਕ ਤੇ ਜੰਨੂ ਦੀ ਖਾਤਰ ਮਹਾਰਾਜ ਜੀਆਂ ਨੇ ਸ਼ਹਾਦਤ ਦਿੱਤੀ ਹੈ। ਇਹ ਹਿੰਦੂ ਵੀਰ ਜੋ ਮੱਥੇ ਤੇ ਤਿਲਕ ਲਾਉਂਦੇ ਨੇ, ਇਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਖੂਨ ਦਾ, ਕੇਵਲ ਚੰਦਨ ਦਾ ਨਹੀਂ, ਹਜੂਰ ਦੀ ਸ਼ਹਾਦਤ ਉਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ। ਕਿਉਂਕਿ ਕਹਿੰਦੇ ਹਨ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਕਹਿੰਦੇ ਹਨ ਏਕਤਾ ਹੀ ਛਾ ਜਾਣੀ ਸੀ, ਸਭ ਨੂੰ ਨਿਰੰਗਾ ਮੁਸਲਮਾਨ ਬਣਾਈ ਆਉਂਦਾ ਸੀ। ਪਰ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਪਾਪ ਹੀ ਪਰਪੱਖ ਜਾਤੇ ਧਰਮ ਤਸਕ ਜਾਤੇ, ਪਾਪ ਹੀ ਜਿੱਥੇ ਕਿਤੇ ਪਰਪੱਕ ਹੋ ਜਾਣੇ ਸੀ, ਸਭ ਧਰਮ ਨਾਸ ਹੋ ਜਾਣੇ ਸੀ। ਨਿਰੰਗੇ ਨੇ ਕਿਹਾ ਸੀ ਨਾ ਕਿ 2 ਤੋਂ 1 ਬਣਾ ਦਿੰਦਾ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਕੀ ਇਸ ਵਿੱਚ ਸ਼ੰਕਾ ਹੈ? ਹਜੂਰ ਨੇ ਕਿਹਾ ਸੀ ਜੇ 2 ਤੋਂ 1 ਬਣਾਉਣੇ ਹੁੰਦੇ, ਕਾਲ ਪੁਰਖ ਵਾਹਿਗੁਰੂ ਆਪੇ ਹੀ ਬਣਾ ਦੇਣੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆਪ ਜੀ ਇਹਨਾਂ ਹਿੰਦੂਆਂ ਨੂੰ ਟੇਕ ਦਵੋਗੇ, ਹੁਣ ਤੁਹਾਡਾ ਹੀ ਆਸਰਾ ਹੈ। ਨਾਮ ਰਹਿਓ ਸਾਧੂ ਰਹਿਓ। ਹੁਣ ਅਖੀਰ ਤੇ 2 ਸ਼ਲੋਕ ਮਹਾਰਾਜ ਜੀ ਉਚਾਰਨ ਕਰਦੇ ਹਨ। ਨਾਮ ਰਹਿਓ, ਇਸ ਸੰਸਾਰ ਦੇ ਵਿੱਚ ਸਦਾ ਰਹਿਣ ਵਾਲਾ ਕੀ ਹੈ? ਸਭ ਤੋਂ ਉੱਤਮ ਨਾਮ ਹੈ। ਮਹਾਰਾਜ ਜੀ ਕਹਿੰਦੇ ਹਨ ਨਾਮ ਰਹਿੰਦਾ ਹੈ। ਫਿਰ ਸਾਧੂ ਰਹਿਓ, ਉਹ ਜੋ ਕਾਲ ਪੁਰਖ ਵਾਹਿਗੁਰੂ ਦੇ ਭਜਨ ਕਰਨ ਵਾਲੇ ਸਾਧੂ ਮਹਾਤਮਾ ਹਨ, ਉਹ ਸਦਾ ਥਿਰ ਰਹਿੰਦੇ ਹਨ। ਰਹਿਓ ਗੁਰ ਗੋਬਿੰਦ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਆਪ ਕਾਲ ਪੁਰਖ ਵਾਹਿਗੁਰੂ ਤੇ ਵਾਹਿਗੁਰੂ ਦਾ ਖਾਲਸਾ। ਨਿਰੰਗੇ ਨੇ ਕਿਹਾ ਸੀ 2 ਤੋਂ 1 ਬਣਾ ਦਿੰਦਾ ਹਾਂ। ਹਜੂਰ ਨੇ ਕਿਹਾ ਸੀ ਨਿਰੰਗਿਆ 2 ਤੋਂ 1 ਨਹੀਂ, ਜੇ ਤੂੰ 2 ਤੋਂ 1 ਬਣਾਵੇਂਗਾ 2 ਤੋਂ 3 ਬਣਨਗੇ। ਹਜੂਰ ਨੇ ਖਾਲਸਾ ਪੰਥ ਵੱਲ ਇਸ਼ਾਰਾ ਕੀਤਾ ਸੀ। ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੈ ਸਿੰਘ ਜੋਧੇ ਧਰੈ ਨੀਲ ਭੇਸਾ।
ਮਹਾਰਾਜ ਜੀ ਕਹਿੰਦੇ ਹਨ ਖਾਲਸਾ ਪੰਥ ਧਰਤੀ ਤੇ ਗੱਜੇਗਾ ਜਿਹੜਾ ਸਦਾ ਰਵੇਗਾ। ਬਾਜਾਂ ਵਾਲੇ ਪਿਤਾ ਜੀਆਂ ਨੇ ਕਿਹਾ ਹੈ ਜਿਨ ਕੀ ਸਾਜਨਾ ਹਮ ਕਰੀ ਖਾਸ ਆਪਣੇ ਹਾਥ ਤਿਨ ਕੀ ਸਮਸਰ ਜੋ ਕਰੈ ਜਲ ਜਾਵੇ ਕੁਲ ਸਾਥ। ਜਿੰਦੀ ਸਾਜਨਾ ਸੀ ਆਪਣੇ ਹੱਥਾਂ ਨਾਲ ਕਰ ਦਿੱਤੀ ਹੈ ਉਹਦੀ ਕੋਈ ਬਰੋਬਰਤਾਈ ਵੀ ਨਹੀਂ ਕਰ ਸਕੇਗਾ। ਫਿਰ ਸਾਧ ਸੰਗਤ ਜੀ ਮਹਾਰਾਜ ਜੀਆਂ ਦਾ ਜੋ ਪੰਥ ਹੈ ਇਹ ਸਾਧ ਸੰਗਤ ਜੀ ਹਜੂਰ ਨੇ ਸਤਿਗੁਰ ਕਹਿ ਕੇ ਪੰਥ ਨੂੰ ਨਿਵਾਜਿਆ ਹੈ। ਮਹਾਰਾਜ ਜੀ ਕਹਿੰਦੇ ਹਨ ਮਾਗ ਮਾਤ ਭਗਵਤੀ ਪਿਤਾ ਕਾਲ ਪੁਰਖ ਗੋਦ ਦਿਓ ਲੈ ਖਾਸ ਪੱਲੀ। ਸ੍ਰੀ ਸਰਬਲੋਕ ਗ੍ਰੰਥ ਵਿੱਚ ਮਹਾਰਾਜ ਜੀ ਉਚਾਰਨ ਕਰਦੇ ਹਨ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਪਿਤਾ ਕਾਲ ਪੁਰਖ ਵਾਹਿਗੁਰੂ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਮਹਾਰਾਜ ਜੀਆਂ ਨੇ ਆਪਣੇ ਪੱਲੇ ਦੇ ਵਿੱਚ ਲੈ ਕੇ ਇਸ ਖਾਲਸੇ ਦੀ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਰਚਨਾ ਕੀਤੀ ਹੈ। ਜਿਸ ਸਮੇਂ ਪੁੱਛਿਆ ਸੀ ਨਾ ਭਾਈ ਦਇਆ ਸਿੰਘ ਜੀਆਂ ਨੇ ਹਜੂਰ ਤੁਸੀਂ ਕਹਿੰਦੇ ਹੋ ਜਦੋਂ 96 ਕਰੋੜੀ ਖਾਲਸਾ ਆਵੇਗਾ ਉਦੋਂ ਧਰਤੀ ਤੇ ਰਾਜ ਹੋਵੇਗਾ। ਹਜੂਰ ਵੈਸੇ ਤਾਂ ਕੋਈ ਖਾਲਸਾ ਬਣਦਾ ਨਹੀਂ ਹੈ, ਜੇ ਬਣਦਾ ਹੈ ਨਿਰੰਗਾ ਉਹਨਾਂ ਨੂੰ ਸ਼ਹੀਦ ਕਰ ਦਿੰਦਾ ਹੈ। ਹਜੂਰ ਨੇ ਕਿਹਾ ਸੀ ਭਾਈ ਦਇਆ ਸਿੰਘ ਜੀ ਹਵਾ ਹੀ ਐਸੀ ਚਲਾ ਦਵਾਂਗੇ ਜਿਹਨੂੰ ਲੱਗਦੀ ਜਾਵੇਗੀ ਖਾਲਸਾ ਬਣਦਾ ਜਾਵੇਗਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਦਾ ਧਰਤੀ ਤੇ ਭਾਵ ਹਰੇਕ ਜਗ੍ਹਾ ਤੇ ਮੌਲੀ ਧਰਤੀ ਮੌਲਿਆ ਆਕਾਸ਼। ਅੱਜ ਵੀ ਹਜੂਰ ਦੇ ਪ੍ਰਤਾਪ ਕਰਕੇ ਧਰਤੀ ਆਕਾਸ਼ ਤੇ ਗੁਰਸਿੱਖਾਂ ਦੇ ਹਿਰਦੇ ਮੌਲ ਰਹੇ ਨੇ। ਕਹੋ ਨਾਨਕ ਇਹ ਜਗਤ ਮੈਂ ਮਹਾਰਾਜ ਜੀ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਜਗਤ ਦੇ ਵਿੱਚ ਹਾਂਜੀ ਇਨ ਜਪਿਓ ਗੁਰਮੰਤਰ ਜੇ ਜਾਂ ਜਿਸ ਕਿਸੇ ਨੇ ਗੁਰੂ ਕਾ ਮੰਤਰ ਵਾਹਿਗੁਰੂ ਗੁਰਮੰਤਰ ਹੈ ਮਹਾਰਾਜ ਜੀਆਂ ਦਾ ਮੰਤਰ ਜਪਿਆ ਹੈ ਉਹ ਸਦਾ ਥਿਰ ਰਹੇਗਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ ਮਹਾਰਾਜ ਜੀਆਂ ਦਾ ਸਿਮਰਨ ਸਭ ਤੋਂ ਉੱਚਾ ਹੈ। ਹਜੂਰ ਸਾਧ ਸੰਗਤ ਜੀ ਕਿਨ ਜਪਿਓ ਗੁਰਮੰਤ ਮਹਾਰਾਜ ਜੀ ਕਹਿੰਦੇ ਹਨ ਜੇ ਕਿਸੇ ਨੇ ਗੁਰੂ ਦਾ ਮੰਤਰ ਜਪਿਆ ਹੈ ਕੀ ਉਸ ਤੇ ਕਿਰਪਾ ਹੁੰਦੀ ਹੈ। ਨਾਮ ਨਾਮ ਰਹਿਓ ਸਾਧੂ ਰਹਿਓ ਉਹ ਨਾਮ ਵੱਲੋਂ ਰਹਿ ਜਾਂਦੇ ਨੇ। ਕੀ ਰਹਿ ਜਾਂਦੇ ਨੇ ਕਦੇ ਹਉਮੈ ਨਹੀਂ ਕਰਦੇ ਆਪਣਾ ਨਾਮ ਨਹੀਂ ਜਤਾਉਂਦੇ ਫਿਰ ਸਾਧੂ ਰਹਿਓ ਉਹਨਾਂ ਦੇ ਮਨ ਵਿੱਚੋਂ ਸਾਧੂ ਪੁਣਾ ਵੀ ਚਲੇ ਜਾਂਦਾ ਹੈ। ਮਹਾਰਾਜ ਜੀ ਅਸੀਂ ਕਿੱਥੇ ਬੰਦਗੀ ਕਰ ਸਕਦੇ ਸੀ ਰਹਿਓ ਗੁਰ ਗੋਬਿੰਦ ਇਹ ਵੀ ਭੇਦ ਉਹਨਾਂ ਦੇ ਵਿੱਚੋਂ ਨਿਕਲ ਜਾਂਦਾ ਹੈ। ਉਹ ਆਪਣੇ ਆਪ ਨੂੰ ਵਾਹਿਗੁਰੂ ਦਾ ਰੂਪ ਹੀ ਸਮਝਦੇ ਨੇ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਏ। ਜਿੱਦਾਂ ਸਾਧ ਸੰਗਤ ਜੀ ਜਲ ਤੋਂ ਤਰੰਗ ਭਾਵ ਲਹਿਰ ਉੱਠਦੀ ਹੈ ਲਹਿਰ 'ਚ ਸਮਾ ਜਾਂਦੀ ਹੈ ਕੋਈ ਭੇਦ ਨਹੀਂ ਹੁੰਦਾ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਮਹਾਰਾਜ ਜੀ ਕਹਿੰਦੇ ਹਨ ਹਰੀ ਦਾ ਸੇਵਕ ਆਪ ਹਰੀ ਹੈ ਉਸ ਦੇ ਵਿੱਚ ਭੇਦ ਨਹੀਂ ਜਾਣਨਾ। ਉਹ ਮਨੁੱਖਾ ਜਨਮ ਉਸਨੇ ਧਾਰਨ ਕੀਤਾ ਹੈ। ਹਜੂਰ ਫਿਰ ਸ੍ਰੀ ਸਰਬਲੋਕ ਗ੍ਰੰਥ ਵਿੱਚ ਫਰਮਾਉਂਦੇ ਹਨ ਹਰ ਕੋ ਸੇਵੈ ਹਰ ਕੇ ਸੰਤ ਹਰ ਜਨ ਹਰ ਮੈਂ ਭੇਦ ਨਾ ਰੰਚ। ਹਰੀ ਦੇ ਸੇਵਕ ਹਰੀ ਦੀ ਸੇਵਾ ਕਰਦੇ ਨੇ ਐਸੀ ਸੇਵਾ ਕਰਦੇ ਨੇ। ਮਹਾਰਾਜ ਜੀ ਮਾਇਆ ਕੀ ਚੜਾਉਣੀ ਹੈ ਸਿਰ ਆਪ ਜੀਆਂ ਦੇ ਚਰਨਾਂ ਤੇ ਚੜਾਉਣੇ ਹਾਂ ਹਰੀ ਦਾ ਰੂਪ ਹੋ ਜਾਂਦੇ ਨੇ। ਹਜੂਰ ਕਹਿੰਦੇ ਹਨ ਸੰਤ ਅਨੰਤ ਅੰਤਰ ਕਿਛ ਨਾਹੇ। ਸੰਤ ਤੇ ਅਨੰਤ ਦੇ ਵਿੱਚ ਕੁਝ ਵੀ ਅੰਤਰ ਨਹੀਂ ਰਹਿ ਆਉਂਦਾ। ਐਸਾ ਮਹਾਰਾਜ ਜੀਆਂ ਦਾ ਉਹ ਰੂਪ ਹੋ ਜਾਂਦੇ ਨੇ। ਕੌਣ ਹੋ ਜਾਂਦੇ ਨੇ ਹਜੂਰ ਦੱਸਦੇ ਨੇ ਕਹੋ ਨਾਨਕ ਇਹ ਜਗਤ ਮੈਂ ਜਿਹੜੇ ਇਸ ਸੰਸਾਰ ਵਿੱਚ ਜਨਮ ਲੈ ਕੇ ਉਸ ਮਨੋਰਥ ਨੂੰ ਯਾਦ ਰੱਖਦੇ ਨੇ। ਕਿਨ ਜਪਿਓ ਗੁਰਮੰਤਰ ਵਾਹਿਗੁਰੂ ਤੋਂ ਮੰਤਰ ਲੈ ਕੇ ਵਾਹਿਗੁਰੂ ਦਾ ਮੰਤਰ ਜਿਨ੍ਹਾਂ ਨੇ ਜਪਿਆ ਹੈ ਹਜੂਰ ਨੇ ਕਿਹਾ ਹੀ ਹੈ ਨਾ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾ ਹਨੇਰਾ ਹੈ
ਹਨੇਰਾ ਹੀ ਹੈ ਨਾ, ਪਤਾ ਹੀ ਨਹੀਂ ਲੱਗਦਾ। ਲੱਗਾ ਹੋਇਆ ਸਤਿਗੁਰ ਜੀਆਂ ਦਾ ਦਰਬਾਰ, ਕਥਾ ਕੀਰਤਨ ਪਤਾ ਹੀ ਨਹੀਂ ਲੱਗਾ, ਸੁਣ ਕੇ ਛੱਡਦੇ ਹਾਂ। ਮਹਾਰਾਜ ਜੀ ਕਹਿੰਦੇ ਹਨ, ਗੁਰੂ ਤੋਂ ਬਿਨਾ ਸਮਝ ਨਹੀਂ ਆਉਂਦੀ, ਗੁਰ ਬਿਨ ਸੁਰਤ ਨਾ ਸਿੱਧ। ਗੁਰੂ ਤੋਂ ਬਿਨਾ ਤਾਂ ਸੁਰਤ ਵੀ ਨਹੀਂ ਲੱਗਦੀ, ਗੁਰ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾ ਮੁਕਤੀ ਨਹੀਂ ਪਾਈ ਜਾਂਦੀ। ਮਹਾਰਾਜ ਜੀ ਕਹਿੰਦੇ ਹਨ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟ ਹੈ ਸਭ ਤੇਰੇ। ਗੁਰ ਨੈਣ ਬੈਣ, ਆਪਣੇ ਨੇਤਰਾਂ ਵਿੱਚ ਵੀ ਗੁਰੂ ਦਾ ਵਾਸ ਕਰ ਲਾ, ਆਪਣੇ ਬੋਲਾਂ ਦੇ ਵਿੱਚ ਵੀ ਗੁਰੂ ਦਾ ਵਾਸ ਕਰ ਲਾ। ਗੁਰ ਗੁਰ ਕਰੋ, ਸਦਾ ਗੁਰੂ ਗੁਰੂ ਕਰਿਆ ਕਰ। ਗੁਰੂ ਸਤ, ਗੁਰੂ ਹੀ ਕੇਵਲ ਸਤ ਨੇ। ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ। ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਨਹੀਂ ਕੀਤੇ, ਨਹੁ ਕੀਓ ਗੁਰੂ ਧਾਰਨ ਨਹੀਂ ਕੀਤਾ। ਸਾਧ ਸੰਗਤ ਜੀ, ਗੁਰੂ ਧਾਰਨ ਕੀ ਕਰਨਾ ਹੈ? ਸਤਿਗੁਰ ਬਾਝੋ ਗੁਰ ਨਹੀਂ ਕੋਈ, ਨੇ ਗੁਰੇ ਕਾ ਹੈ ਨਾਉ ਬੁਰਾ। ਮਹਾਰਾਜ ਜੀਆਂ ਨੇ ਵਿਧੀ ਵਿਧਾਨ ਦਿੱਤਾ ਹੈ। ਪੰਜ ਪਿਆਰੇ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਨੇ, ਨਾਮ ਨਾਲ ਸਾਧ ਸੰਗਤ ਜੀ ਨਾਮ ਦੀ ਦਾਤ ਵੀ ਦਿੰਦੇ ਨੇ। ਦੱਸਦੇ ਹਨ ਕਿ ਵਾਹਿਗੁਰੂ ਮੰਤਰ ਹੈ, ਐਸੀ ਦਾਤ ਦਿੰਦੇ ਨੇ ਪੰਜ ਪਿਆਰੇ, ਉਹ ਝੋਲੀ ਵਿੱਚ ਪਾਉਂਦੇ ਨੇ। ਮਹਾਰਾਜ ਜੀ ਕਹਿੰਦੇ ਹਨ, ਜਿਨ ਗੁਰੂ ਨਹੁ ਕੀਓ ਤੇ ਅਕਿਆਥ ਸੰਸਾਰ ਮੈਂ। ਉਹਨਾਂ ਦਾ ਸੰਸਾਰ ਵਿੱਚ ਆਇਆ ਅਸਫਲ ਹੈ, ਨਹੀਂ ਸੀ ਆਉਣਾ ਚਾਹੀਦਾ ਉਹਨਾਂ ਨੂੰ, ਕਿਉਂ ਆ ਗਏ ਨੇ? ਮਹਾਰਾਜ ਜੀ ਕਹਿੰਦੇ ਹਨ, ਗੁਰੂ ਤੋਂ ਬਿਨਾ ਇਹ ਭਰਮ ਨਹੀਂ ਕੋਈ ਚੁਕਾ ਸਕਦਾ। ਜੇ ਆਪਾਂ ਕਹੀਏ ਸਾਡਾ ਮਨ ਸੁੱਚਾ ਹੈ, ਸਾਨੂੰ ਅੰਮ੍ਰਿਤ ਦੀ ਛਕਣ ਦੀ ਲੋੜ ਨਹੀਂ। ਬਾਜਾਂ ਵਾਲੇ ਪਿਤਾ ਜੀਆਂ ਨੇ ਜਣਾ ਦਿੱਤਾ ਸੀ ਕਿ ਅਸੀਂ ਵੀ ਕਕਾਰ ਧਾਰਨ ਕੀਤੇ ਨੇ, ਸਾਡਾ ਮਨ ਸੁੱਚਾ ਨਹੀਂ ਹੈ। ਹਜੂਰ ਤੋਂ ਸੁੱਚਾ ਭਲਾ ਮਨ ਕਿੰਦਾ ਹੋ ਸਕਦਾ ਹੈ? ਹਜੂਰ ਦੇ ਸਾਧ ਸੰਗਤ ਜੀ, ਖੰਡੇ ਬਾਟੇ ਦੀ ਪਹੁਲ ਛਕੀਏ। ਇਹ ਮਹਾਰਾਜ ਜੀਆਂ ਨੇ ਵਿਧੀ ਵਿਧਾਨ ਬਣਾਇਆ ਹੈ। ਹਜੂਰ ਅੱਗੇ ਕਿਰਪਾ ਕਰਦੇ ਹਨ। ਰਾਮ ਨਾਮ ਉਰ ਮੈਂ ਗਹਿਓ। ਹਜੂਰ ਕਹਿੰਦੇ ਹਨ, ਜੋ ਰਾਮ ਦਾ ਨਾਮ ਹੈ ਔਰ ਮੈਂ ਗਹਿਓ। ਗਹਿਓ ਹੁੰਦਾ ਹੈ ਪਕੜ ਲੈਣਾ। ਹਜੂਰ ਕਹਿੰਦੇ ਹਨ, ਆਪਣੇ ਹਿਰਦੇ ਦੇ ਵਿੱਚੋਂ ਸਦਾ ਵਸਾ ਕੇ ਰੱਖਣਾ ਹੈ ਜਿਹੜਾ ਵਾਹਿਗੁਰੂ ਦਾ ਨਾਮ ਹੈ। ਜਾ ਕੈ ਸਮ ਨਹੀਂ ਕੋਏ, ਇਸ ਦੇ ਬਰਾਬਰ ਕੁਝ ਵੀ ਨਹੀਂ ਹੈ ਸੰਸਾਰ ਦੇ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਮਹਾਰਾਜ ਜੀਆਂ ਦੇ ਨਾਮ ਦੀ ਕੀਮਤ ਸਿੱਖਾ ਕੀ ਦੱਸ ਦਈਏ। ਹਜੂਰ ਕਹਿੰਦੇ ਹਨ, ਰਾਮ ਨਾਮ ਉਰ ਮੈਂ ਗਹਿਓ। ਸਦਾ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਕਰ। ਜਿਹ ਸਿਮਰਤ ਸੰਕਟ ਮਿਟੈ, ਜਿਸ ਦੇ ਸਿਮਰਨ ਮਾਤਰ ਸੇ ਹੀ ਸਭ ਸੰਕਟ ਮਿਟ ਜਾਂਦੇ ਨੇ, ਦੁੱਖ ਉੱਡ ਜਾਂਦੇ ਨੇ। ਜਨਮ ਮਰਨ ਦਾ ਭਾਰੀ ਦੁੱਖ ਉਹ ਵੀ ਨਾਸ ਹੋ ਜਾਂਦਾ ਹੈ। ਤਰਸ ਤੁਹਾਰੋ ਹੋਏ, ਤੇ ਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੋ ਆਉਂਦੇ ਨੇ। ਰੋਮ ਰੋਮ ਦੇ ਵਿੱਚ ਸਾਧ ਸੰਗਤ ਜੀ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ। ਇਹ ਸਾਧ ਸੰਗਤ ਜੀ, ਸ਼ਲੋਕ ਮਹੱਲਾ ਨਾਵਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਐਸੀ ਗੁਰਬਾਣੀ ਹੈ, ਉਸ ਲੋਕ ਦੀ ਪ੍ਰਾਪਤੀ ਕਰਾਉਂਦੀ ਹੈ। ਸ਼ਲੋਕ ਮਹੱਲਾ ਨਾਵਾ, ਜਿੱਥੋਂ ਦੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਹਨ। ਨਾਮ ਦੀ ਬੇਅੰਤ ਮਹਿਮਾ ਸਤਿਗੁਰ ਜੀਆਂ ਨੇ ਜਣਾਈ ਹੈ। ਹਜੂਰ ਕਹਿੰਦੇ ਹਨ, ਰਾਮ ਨਾਮ ਉਰ ਮੈਂ ਗਹਿਓ। ਜਾ ਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਇਥੇ ਸਾਧ ਸੰਗਤ ਜੀ 57 ਸ਼ਲੋਕ ਮਹਾਰਾਜ ਜੀਆਂ ਨੇ ਉਚਾਰਨ ਕੀਤੇ ਹਨ। ਇਸ ਤੋਂ ਉਪਰੰਤ ਸਾਧ ਸੰਗਤ ਜੀ, ਮਹਾਰਾਜ ਜੀਆਂ ਨੇ ਸ਼ਹਾਦਤ ਲਈ ਕਮਰ ਕਸਾ ਕੀਤਾ ਹੈ। ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਠੀਕਰ ਫੋਰ ਦਿਲੀਸ ਸਿਰ, ਪ੍ਰਭ ਪੁਰ ਕੀਆ ਪਿਆਣ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਣ। ਤੇਗ ਬਹਾਦਰ ਕੇ ਚਲਤ ਭਇਓ ਜੋ ਭਇਓ, ਜਗਤ ਕੋ ਸੋਗ ਹੈ ਸਭ ਜਗ ਭਇਓ। ਜੈ 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 ਸੁਰ ਲੋਕ। ਮਹਾਰਾਜ ਜੀ ਕਹਿੰਦੇ ਹਨ, ਸੰਸਾਰ ਦੇ ਵਿੱਚ ਹਾਹਾਕਾਰ ਮਚ ਗਈ ਹੈ।
ਪਰ ਸੁਰਗ ਦੇ ਵਿੱਚ ਜੈ ਜੈਕਾਰਾਂ ਕੀਤੀਆਂ ਨੇ ਗੁਰਸਿੱਖਾਂ ਨੇ, ਜਿਹੜੇ ਨਾਮ ਦੀ ਕਮਾਈ ਕਰਕੇ ਉਸ ਲੋਕ ਵਿੱਚ ਰਹਿੰਦੇ ਨੇ। ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬੈਠਾਇਓ। ਮਹਾਰਾਜ ਜੀ ਕਿਰਪਾ ਕਰਨ, ਹਜੂਰ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਤੇ ਸਾਧ ਸੰਗਤ ਜੀ ਹਜੂਰ ਦੀ ਅੰਮ੍ਰਿਤ ਗੁਰਬਾਣੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਹੈ, ਉਸ ਦੀ ਕਥਾ ਮਹਾਰਾਜ ਜੀਆਂ ਨੇ ਆਪ ਕਿਰਪਾ ਕਰਕੇ ਕਰਵਾਈ ਹੈ। ਹਜੂਰ ਸਾਧ ਸੰਗਤ ਜੀ, ਜੀਵ ਸੋਚਦਾ ਹੈ ਸੁਤੇ ਕਾਰਜ ਹੋ ਰਹੇ ਨੇ, ਪਰ ਹੁੰਦਾ ਉਹ ਹੈ ਜੋ ਹਜੂਰ ਨੂੰ ਭਾਉਂਦਾ ਹੈ। ਮਹਾਰਾਜ ਜੀ ਜਿਨ੍ਹਾਂ ਤੇ ਵਿਸ਼ੇਸ਼ ਕਰਕੇ ਪ੍ਰਸੰਨ ਹੁੰਦੇ ਹਨ, ਗੁਰ ਜਿਨ ਕੋ ਸੋ ਪ੍ਰਸੰਨ, ਰਾਮ ਨਾਮ ਹਰ ਹਿਰਦੈ ਨਿਵਾਸੈ। ਹਿਰਦੇ ਦੇ ਵਿੱਚ ਨਾਮ ਦਾ ਨਿਵਾਸ ਹੋ ਆਉਂਦਾ ਹੈ। ਹਜੂਰ ਦੇ ਅੱਗੇ ਅਰਦਾਸ ਕਰੀਏ, ਹਜੂਰ ਚਿਤ ਚਿਤਵੋਂ ਅਰਦਾਸ ਕਹੋ ਪਰ ਕਹਿ ਭੇ ਨਾ ਸਕੋ। ਹਜੂਰ ਮੇਰੇ ਚਿੱਤ ਦੇ ਵਿੱਚ ਚਿਤਵਣੀ ਉੱਠਦੀ ਹੈ, ਇੱਕ ਅਰਦਾਸ ਉੱਠਦੀ ਹੈ, ਆਪ ਜੀ ਆਗਿਆ ਕਰੋ ਤਾਂ ਕਵਾਂ, ਪਰ ਮਹਾਰਾਜ ਜੀ ਐਡਾ ਪਾਪੀ ਹਾਂ, ਸ਼ਰਮ ਆਉਂਦੀ ਹੈ ਕਹਿਣ ਲੱਗਿਆ। ਹਜੂਰ ਕਿਰਪਾ ਕਰੋ, ਆਪ ਜੀਆਂ ਦਾ ਪ੍ਰਤਾਪ ਦੇ ਅੱਗੇ ਮੇਰੇ ਤੋਂ ਕਿਹਾ ਨਹੀਂ ਜਾਂਦਾ। ਸਰਬ ਚਿੰਤ ਤੁਧ ਪਾਸ, ਸਾਰੀਆਂ ਚਿੰਤਾਵਾਂ ਹਜੂਰ ਤੁਹਾਡੇ ਪਾਸ ਨੇ। ਜੇ ਹਜੂਰ ਕਹਿ ਹੀ ਦੇਣ ਗੁਰਸਿੱਖਾ, ਕੀ ਚਿੰਤਾ ਹੈ, ਕੀ ਅਰਦਾਸ ਹੈ, ਕੀ ਚਿਤਵਣੀ ਹੈ, ਦੱਸ। ਮਹਾਰਾਜ ਜੀ ਸਾਧ ਸੰਗਤ ਹੋਂ ਤੱਕੋਂ, ਸਦਾ ਹੀ ਆਪ ਜੀਆਂ ਦੀ ਸਾਧ ਸੰਗਤ ਦੇ ਮਹਾਰਾਜ ਜੀ ਦਰਸ਼ਨ ਕਰਦਾ ਰਵਾਂ, ਕਿਉਂਕਿ ਸਾਧ ਸੰਗਤ ਵਿੱਚ ਐਸੇ ਗੁਰਸਿੱਖ ਆਉਂਦੇ ਨੇ, ਮਹਾਰਾਜ ਜੀ ਇੰਨਾ ਨਾਮ ਜਪਦੇ ਨੇ, ਇੰਨੀ ਸੇਵਾ ਕਰਦੇ ਨੇ। ਮਹਾਰਾਜ ਜੀ ਜੇ ਪੁੱਛ ਲੈਣ ਗੁਰਸਿੱਖਾ ਸਾਧ ਸੰਗਤ ਦੇ ਕਿਉਂ ਦਰਸ਼ਨ ਕਰਨਾ ਚਾਹਣਾ ਹੈ, ਤੇਰੇ ਹੁਕਮ ਪਵੈ ਨੀਸਾਨ, ਤੋਂ ਕਰੋ ਸਾਹਿਬ ਕੀ ਸੇਵਾ। ਮਹਾਰਾਜ ਜੀ ਜੇ ਆਪ ਜੀਆਂ ਦੇ ਹੁਕਮ ਮੱਥੇ ਤੇ ਪੈ ਜਾਵੇ, ਮੈਂ ਵੀ ਆਪ ਜੀਆਂ ਦੀ ਸੇਵਾ ਵਿੱਚ ਲੱਗ ਜਾਵਾਂ, ਆਪ ਜੀਆਂ ਦੀ ਸੇਵਾ ਕਰਿਆ ਕਰਾਂ, ਤਾਂ ਕਰੋ ਸਾਹਿਬ ਕੀ ਸੇਵਾ। ਜਦੋਂ ਸੇਵਾ ਕਰਦਿਆਂ ਨੂੰ ਤੁਸੀਂ ਤੱਕੋਗੇ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਤੇਰੇ ਹੁਕਮ ਪਵੈ ਨੀਸਾਨ, ਤੋਂ ਕਰੋ ਸਾਹਿਬ ਕੀ ਸੇਵਾ। ਜਬ ਗੁਰ ਬੋਲੇ ਸ਼ੁਭ ਦ੍ਰਿਸ਼ਟ, ਨਾਮ ਕਰਤਾ ਮੁਖ ਮੇਵਾ। ਹਜੂਰ ਜਦੋਂ ਸੇਵਾ ਕਰਦਿਆਂ ਹੋਇਆਂ ਨੂੰ ਤੱਕੋਗੇ ਤੁਸੀਂ, ਸਾਨੂੰ ਮਹਾਰਾਜ ਜੀ ਜਦੋਂ ਖੁਸ਼ ਹੋਵੋਗੇ, ਸਾਨੂੰ ਯਕੀਨ ਹੈ ਸਾਡੇ ਮੁਖ ਦੇ ਵਿੱਚ ਆਪ ਜੀਆਂ ਦਾ ਨਾਮ ਮੇਵੇ ਦੀ ਨਿਆਈ ਮਿੱਠਾ ਲੱਗੇਗਾ, ਮਿਉਂ ਜਾਵੇਗਾ। ਹਜੂਰ ਅੱਗੇ ਅਰਦਾਸ ਕਰਿਆ ਕਰੀਏ, ਮਹਾਰਾਜ ਬਾਹੇ ਗਹੇ ਕੀ ਲਾਜ ਕਰੋ ਮੁਝ, ਹੇ ਭਗਵੰਤ ਦਇਆ ਕਰ ਤਾਰੋ। ਜੇ ਤੁਸੀਂ ਮਹਾਰਾਜ ਜੀ ਕਹਿੰਦੇ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਹਜੂਰ ਜੇ ਆਪ ਜੀਆਂ ਨੇ ਬਾਹ ਪਕੜੀ ਲਈ ਹੈ, ਗੁਰਸਿੱਖੀ ਦੇ ਰਸਤੇ ਤੇ ਤੋਰਿਆ ਹੈ, ਹੁਣ ਲਾਜ ਰੱਖਿਆ ਜੇ, ਮਹਾਰਾਜ ਜੀ ਦਇਆ ਹੀ ਕਰ ਦਿਆ ਜੇ, ਕਿਉਂਕਿ ਗੁਣ ਮਹਾਰਾਜ ਜੀ ਕੋਈ ਨਹੀਂ ਕਮਾ ਸਕੇ, ਕੋਈ ਸੇਵਾ ਸਿਮਰਨ ਨਹੀਂ ਕਰ ਸਕੇ, ਤੁਸੀਂ ਦਇਆ ਕਰਕੇ ਹੀ ਤਾਰ ਸਕਦੇ ਹੋ। ਭੂਲ ਸ਼ਮੋ ਸ਼੍ਰੀ ਨਾਥ ਰਮਾਪਤ, ਹੇ ਕਰੁਣਾ ਨਿਧ ਦਾਸ ਤੁਹਾਰੋ। ਮਹਾਰਾਜ ਜੀ ਭੁੱਲਾਂ ਗਲਤੀਆਂ ਮਾਫ ਕਰਨੀਆਂ, ਆਪ ਜੀਆਂ ਨੇ ਕਿਰਪਾ ਕਰਕੇ ਆਪਣੀ ਕਥਾ ਕਰਵਾਈ ਹੈ। ਹਜੂਰ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਸਿੰਘ ਆਪ ਜੀਆਂ ਦੇ ਇੰਨੀ ਚੜ੍ਹਦੀ ਕਲਾ ਵਾਲੇ ਹਜੂਰ ਚਾਹ ਨਾਲ ਆ ਕੇ ਪੜਾਉਂਦੇ ਰਹੇ ਨੇ ਨਾਲ ਕਥਾ। ਹਜੂਰ ਆਪ ਜੀਆਂ ਨੇ ਕਿਰਪਾ ਕੀਤੀ ਹੈ, ਜੋ ਗਲਤੀਆਂ ਹੋ ਗਈਆਂ ਨੇ, ਭੁੱਲਾਂ ਚੁੱਕਾਂ ਹੋ ਗਈਆਂ ਨੇ, ਭੂਲ ਸ਼ਮੋ ਸ਼੍ਰੀ ਨਾਥ ਰਮਾਪਤ, ਹੇ ਕਰੁਣਾ ਨਿਧ ਦਾਸ ਤੁਹਾਰੋ। ਆਪ ਜੀਆਂ ਦੇ ਦਾਸ ਕਹੇ ਜਾਂਦੇ ਹਾਂ, ਅੱਗੇ ਤੋਂ ਬਲ ਬੁੱਧ ਸਮਰੱਥਾ ਬਖਸ਼ਣੀ, ਅਵਗਣ ਕੋਟ ਭਰੇ ਅਪਰਾਧ, ਇੱਕ ਅਵਗਣਾ ਦੇ ਭਰੇ ਹੋਈਏ ਤਾਂ ਦੱਸ ਦਈਏ, ਕਰੋੜਾਂ ਹੀ ਅਵਗਣਾ ਭਰੇ ਹਾਂ, ਅਪਰਾਧ ਇੰਨੇ ਕੀਤੇ ਨੇ ਮਹਾਰਾਜ ਜੀ ਕੀ ਦੱਸ ਦਈਏ। ਅਵਗਣ ਚੋਕ ਨਾ ਦਾਸ ਵਿਚਾਰੋ। ਮਹਾਰਾਜ ਜੀ ਸਾਡੀਆਂ ਭੁੱਲਾਂ ਗਲਤੀਆਂ ਨਾ ਚਤਾਰਨੀਆਂ, ਜੋ ਹਮ ਪੂਤ ਕਪੂਤ ਸਭੀ ਵਿਦ। ਹਜੂਰ ਕਹਾਏ ਤਾਂ ਤੁਹਾਡੇ ਪੁੱਤਰ ਜਾਣੇ ਆਣਾ, ਬਾਹਰੋਂ ਬਾਣੀ ਤੇ ਬਾਣਾ ਦੇਖ ਕੇ ਸੰਸਾਰ ਕਹਿੰਦਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪੁੱਤਰ ਹਾਂ। ਮਹਾਰਾਜ ਜੀ ਪੁੱਤਰ ਕਪੁੱਤਰ ਹੋ ਜਾਂਦੇ ਨੇ,
ਮਾਪੇ ਕਦੇ ਕਮਾਪੇ ਨਹੀਂ ਹੁੰਦੇ। ਜੋ ਹਮ ਪੂਤ ਕਪੂਤ ਸਭੀ ਵਿਦ, ਸਾਰੀਆਂ ਵਿਧੀਆਂ ਕਰਕੇ ਕਪੁੱਤਰ ਬਣ ਗਏ ਹਾਂ। ਤੁਹਾਡੀ ਚਰਨ ਸ਼ਰਨ ਦਾ ਤਾਂ ਆਸਰਾ ਹੀ ਨਹੀਂ ਮੰਨਦੇ, ਮਨ ਵਿੱਚ ਯਕੀਨ ਹੀ ਨਹੀਂ ਹੁੰਦਾ। ਮਹਾਰਾਜ ਜੀ ਤੁਸੀਂ ਸਭ ਮਾਇਆ ਚਲਾ ਰਹੇ ਹੋ, ਸ਼੍ਰੀ ਪਥਨਾਥ ਮਾਇਆ ਦੇ ਵੀ ਪਤੀ ਹੋ। ਯਕੀਨ ਨਹੀਂ ਹੁੰਦਾ ਹਜੂਰ, ਨਾਮ ਜਪਣ ਨਾਲ ਕਿਵੇਂ ਗਤੀ ਹੋਵੇਗੀ, ਸੇਵਾ ਕਰਨ ਦਾ ਕੀ ਲਾਭ ਹੈ। ਹਜੂਰ ਕਿਰਪਾ ਕਰਿਆ ਜੇ, ਸਾਰੀਆਂ ਵਿਧੀਆਂ ਕਰਕੇ ਕਪੁੱਤਰ ਬਣ ਗਏ ਹਾਂ। ਜੋ ਹਮ ਪੂਤ ਕਪੂਤ ਸਭੀ ਵਿਦ, ਅਵਗਣ ਚੂਕ ਨਾ ਨੈਕ ਚਿਤਾਰੋ। ਸਾਡੀਆਂ ਗਲਤੀਆਂ ਨਾ ਚਿਤਾਰਨਾ ਜੇ, ਬਾਹੇ ਗਹੇ ਕੀ ਲਾਜ ਕਰੋ ਮੁਝ। ਬਾਹ ਫੜੇ ਦੀ ਹਜੂਰ ਲਾਜ ਰੱਖਿਆ ਜੇ। ਹੇ ਭਗਵੰਤ ਦਇਆ ਕਰ ਤਾਰੋ, ਦਇਆ ਹੀ ਕਰ ਦਿਆ ਜੇ। ਪਟ ਸਹਿਬਾਨ ਕਹਿੰਦੇ ਆ ਨਾ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਹਜੂਰ ਸੁਣਿਆ ਹੈ ਆਪ ਜੀਆਂ ਦੀ ਸੰਗਤ ਇੱਕ ਉੱਤਮ ਪੰਥ ਹੈ। ਜਿਹੇ ਮਿਲੰਤ ਜਮ ਤਰਾਸ ਮਿਟਾਈ, ਜਿਹੜੀ ਸੰਗਤ ਵਿੱਚ ਆ ਕੇ ਸਭ ਡਰ ਚੁੱਕੇ ਜਾਂਦੇ ਨੇ। ਇੱਕ ਅਰਦਾਸ ਭੱਟ ਸਾਹਿਬਾਨ ਇੱਕੋ ਹੀ ਅਰਦਾਸ ਕਰਦੇ ਨੇ। ਜਦੋਂ ਇੱਕ ਅਰਦਾਸ ਵਿੱਚ ਸਾਰਾ ਕੁਝ ਆ ਜਾਵੇ ਫਿਰ ਬਹੁਤਾ ਕਾਤੋਂ ਮੰਗਣਾ। ਹਜੂਰ ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਮਹਾਰਾਜ ਜੀ ਸਦਾ ਸ਼ਰਨ ਵਿੱਚ ਰੱਖਿਆ ਜੇ ਆਪ ਜੀ ਆਪਣੀ, ਆਪਣੇ ਦਾਸਾਂ ਤੇ ਕਿਰਪਾ ਕਰਿਆ ਜੇ। ਆਪਣੇ ਖਾਲਸੇ ਨੂੰ ਮਹਾਰਾਜ ਜੀ ਪਿਆਰ ਇਤਫਾਕ ਏਕਤਾ ਬਖਸ਼ਣੀ, ਨਾਮ ਦਾ ਰੰਗ ਸਾਧ ਦਾ ਸੰਗ, ਨਿਸ਼ਚਾ ਭੰਗ ਬਖਸ਼ਣਾ। ਆਓ ਸਾਧ ਸੰਗਤ ਜੀ ਸਰਬੱਤ ਸੰਗਤਾਂ ਮਹਾਰਾਜ ਜੀਆਂ ਦੀਆਂ ਪੰਕਤੀਆਂ ਸਭ ਉਚਾਰਨ ਕਰੀਏ। ਹਜੂਰ ਨੇ ਕਿਰਪਾ ਕੀਤੀ ਹੈ, ਇਹ ਵਿਧੀਆਂ ਬਣੀਆਂ ਨੇ ਹਜੂਰ ਦੇ। ਆਪ ਸਰਬੱਤ ਸੰਗਤਾਂ 400 ਸਾਲਾ ਸ਼ਤਾਬਦੀ ਗੁਰਪੁਰਬ ਮਨਾ ਰਹੇ ਹੋ। ਅੱਗੇ 500 ਸਾਲਾ ਖੌਰੇ ਕਿਸੇ ਨੇ ਦੇਖਣਾ ਕਿ ਨਹੀਂ। ਇਹ ਹਜੂਰ ਨੇ ਕਿਰਪਾ ਕੀਤੀ ਹੈ। ਜਿੱਥੋਂ ਵੀ ਆਪ ਚੱਲ ਕੇ ਆਏ ਹੋ ਹਜੂਰ ਨੇ ਪ੍ਰੇਰਣਾ ਕੀਤੀ ਹੈ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ ਹਜੂਰ ਬਖਸ਼ ਲੈਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਸਰਬੱਤ ਸੰਗਤ ਉਚਾਰਨ ਕਰੋ ਜੀ। ਰਾਮ ਨਾਮ ਔਰ ਮਹਿ ਗਹਿਓ, ਜਾ ਕੈ ਸਮ ਨਹੀਂ ਕੋਏ। जेह समरत संकट मिटै, दरस तुहारो होए। राम नाम और मैं गह्यो, जाकै सम नहीं कोए। जेह सिमरत संकट मिटै, तरस तुहारो होए। वाहिगुरु जी का खालसा, वाहिगुरु जी की फतेह। ਗੱਜ ਕੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ। ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਭਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਖੁਸ਼ੀਆਂ ਦੇ ਜਕਾਰੇ ਗਜਾਵੇ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰ ਬਰ ਅਕਾਲ ਦੇਗ ਤੇਗ ਫਤਿਹ, ਚਟਿਆ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਦ ਬਾਣੇ ਦੀ ਲਾਜ। ਹਠਿਓ ਜਪਿਓ ਤਪਿਓ ਸ਼ਹੀਦੋ ਸਿੰਘੋ, ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ।
ਲਾਡਲੀਆਂ ਫੌਜਾਂ ਦੇ ਮਾਲਕੋ ਸਤਿਗੁਰੂ, ਫੌਜਾਂ ਰੱਖਣੀਆਂ ਤਿਆਰ ਬਰ ਤਿਆਰ। ਸੋਢੀ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦਾ ਖਾਲਸਾ ਜਪੇ ਅਕਾਲ ਹੀ ਅਕਾਲ। ਗੁਰਬਰ ਅਕਾਲ ਦੇਗ ਤੇਗ ਫਤਿਹ, ਗੁਰੂ ਪੰਥ ਖਾਲਸੇ ਦੀ ਹਰ ਮੈਦਾਨ। ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀਓ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸ਼ਲੋਕ ਮਹੱਲਾ ਨਾਵਾਂ ਜੀ ਦੀ ਕਥਾ ਵਿਚਾਰ ਆਪ ਸੰਗਤਾਂ ਭਾਈ ਕਰਨਵੀਰ ਸਿੰਘ ਗੁਰਾਂ ਕੋਲੋਂ ਸਰਵਣ ਕਰ ਰਹੇ ਸੀ। ਅੱਜ ਇਸ ਕਥਾ ਦੀ ਸੰਪੂਰਨਤਾ ਹੋਈ ਹੈ। ਹੁਣ ਸਾਧ ਸੰਗਤ ਜੀ